ਸਾਹਿਬ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਮੂਕ ਊਚ ਰਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਏ ਸੁਮਾਰ ਅਥਾਹ ਅਗਨਤ ਅਤੁੱਲੈ ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਏ ਸੁਮਾਰ ਅਥਾਹ ਅਗਨਤ ਅਤੁੱਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਦਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਵਨਾ ਸ਼ਰਧਾ ਸਹਿਤ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜੀਵਾਰ ਗੁਰਬਾਣੀ ਦੀ ਕਥਾ ਪ੍ਰਾਰੰਭ ਦੇ ਸੰਬੰਧ ਅੰਦਰ ਕੱਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਦੀ ਆਰੰਭਤਾ ਹੋਈ ਸੀ। ਕੇਵਲ ਸੰਖੇਪ ਰੂਪ ਦੇ ਵਿੱਚ ਸਾਧ ਸੰਗਤ ਜੀ ਮੂਲ ਮੰਤਰ ਦੇ ਆਖਰੀ ਅਰਥ ਕਰਕੇ ਸਮਾਂ ਸਮਾਪਤ ਹੋ ਗਿਆ ਸੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਤ ਅੰਦਰ ਜਿਵੇਂ ਅਵਤਾਰ ਧਾਰਿਆ ਔਰ ਅਵਤਾਰ ਧਾਰਨ ਦਾ ਮਹਾਰਾਜ ਸੱਚੇ ਪਾਤਸ਼ਾਹੀ ਦਾ ਕਾਰਨ ਕੀ ਸੀਗਾ। ਕੋਈ ਸਾਧ ਸੰਗਤ ਜੀ ਪ੍ਰੇਮੀਆਂ ਵੱਲੋਂ ਇਹ ਸਵਾਲ ਕੀਤੇ ਜਾਂਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਦੇਵੀ ਦੇਵਤੇ ਦੇ ਅਵਤਾਰ ਸਨ। 24 ਅਵਤਾਰਾਂ ਵਿੱਚੋਂ ਕਿਸੇ ਦੇਵਤੇ ਦੇ ਜਾਂ ਵਿਸ਼ਨੂੰ ਦੇ ਅਵਤਾਰ ਸਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ 6 ਪ੍ਰਕਾਰ ਦੇ ਅਵਤਾਰ ਹੁੰਦੇ ਆ, ਉਹਨਾਂ 6 ਪ੍ਰਕਾਰ ਦੇ ਅਵਤਾਰਾਂ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹੜੇ ਅਵਤਾਰ ਸਨ, ਇਹ ਕੋਈ ਸਵਾਲ ਕੀਤੇ ਜਾਂਦੇ ਸਾਧ ਸੰਗਤ ਜੀ, ਜਾਂ ਜੇ ਉਹ ਸ਼ੰਕਾਵਾਦੀ ਹਨ ਉਹ ਸ਼ੰਕੇ ਵੀ ਕਰਦੇ ਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਪਰਮੇਸ਼ਰ ਸਰੂਪ ਕਿਵੇਂ ਹਨ। ਇਹ ਸਾਧ ਸੰਗਤ ਜੀ ਅੱਜ ਇਸੇ ਹੀ ਵਿਸ਼ੇ ਤੇ ਵਿਚਾਰ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਕੇ ਸਮੱਤ ਬਖਸ਼ਣ ਔਰ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜਿਤਨਾ ਵੀ ਸਮਾਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੈਠਣ ਲਈ ਪ੍ਰਾਪਤ ਹੋਵੇ,
ਮਨ ਨੂੰ ਇਕਾਗਰ ਕਰਕੇ ਗੱਲਾਂ ਬਾਤਾਂ ਸੰਕੋਚ ਕੇ ਬੈਠਣ ਦਾ ਯਤਨ ਕਰਨਾ। ਗਰੀਬ ਨਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਝੁਕਾਵੋ। ਸ਼ਰਧਾ ਭਾਵਨਾ ਪ੍ਰੇਮ ਸਹਿਤ ਉਚਾਰਨ ਕਰੋ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਹਜੂਰ ਨੇ ਸਾਧ ਸੰਗਤ ਜੀ, ਜਗਤ ਦੀ ਕਲਿਆਣ ਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਧਰਤੀ ਦੀ ਵਿਭਲਤਾ ਭਰੀ ਪੁਕਾਰ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨਾ ਕੀਤਾ। ਤੇ ਫਿਰ ਇਹ ਸਵਾਲ ਕੀਤਾ ਜਾਂਦਾ ਸ਼ੰਕਾਵਾਦੀਆਂ ਵੱਲੋਂ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਤ ਵਿੱਚ ਕੀ ਪ੍ਰਸਿੱਧ ਕੀਤਾ ਹੈ, ਕੀ ਪ੍ਰਯੋਜਨ ਸੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਗਤ ਵਿੱਚ ਆਉਣ ਦਾ। ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰਗੁਣ ਨੇ ਸਰਗੁਣ ਸਰੂਪ ਜਗਤ ਅੰਦਰ ਪ੍ਰਗਟ ਕੀਤਾ ਹੈ। ਇਹ ਗੁਰਬਾਣੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਹੈ। ਭੱਟ ਰਸਨਾ ਦੁਆਰਾ ਵੀ ਉਚਾਰਨ ਕੀਤਾ ਹੈ। ਫਿਰ ਸਵੈ ਪ੍ਰਮਾਣ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਆਪਣੀ ਬਾਣੀ ਦੇ ਗਰੀਬ ਨਵਾਜ ਸਤਿਗੁਰੂ ਜੀ ਦੇ ਬਚਨ ਹਨ। ਫਿਰ ਵੈਦਿਕ ਪੁਰਾਣ ਦੁਆਰਾ ਸਾਧ ਸੰਗਤ ਜੀ ਇਹ ਜ਼ਿਕਰ ਕੀਤਾ ਜਾਂਦਾ ਹੈ। ਲੌਕਿਕ ਪ੍ਰਮਾਣ ਦੁਆਰਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਿਰਗੁਣ ਦੇ ਸਰਗੁਣ ਸਰੂਪ ਜਗਤ ਅੰਦਰ ਪ੍ਰਗਟ ਹੋਣ ਦਾ ਸਾਧ ਸੰਗਤ ਜੀ ਨਿਸ਼ਚਾ ਹੈ। ਰਤਾ ਭਰ ਵੀ ਕੋਈ ਸ਼ੰਕੇ ਨੂੰ ਕਿਸੇ ਪ੍ਰਕਾਰ ਕੋਈ ਗੁੰਜਾਇਸ਼ ਨਹੀਂ ਹੈ। ਤੇ ਪਹਿਲਾਂ ਬੇਨਤੀ ਕਰਾਂ ਕਿ ਅਵਤਾਰ ਆਖਿਆ ਕਿਸ ਨੂੰ ਜਾਂਦਾ? ਅਵਤਾਰ ਦਾ ਅਰਥ ਕੀ ਹੁੰਦਾ? ਅਵਤਾ ਰੱਖਦੀ। ਅਵਤਾ ਕਹਿੰਦੇ ਨੇ ਬਿਪਤਾ ਨੂੰ, ਕਠਿਨ ਸਮੇਂ ਨੂੰ, ਕੋਈ ਬਿਪਤਾ ਪੈ ਜਾਣੀ, ਕੋਈ ਕਸ਼ਟ ਦਾ ਸਮਾਂ ਆ ਜਾਣਾ, ਜਿਸ ਨੂੰ ਜਗਤ ਦੇ ਅੰਦਰ ਕੋਈ ਟਾਲਣ ਦੀ ਸਮਰੱਥਾ ਨਾ ਰੱਖਦਾ ਹੋਵੇ। ਔਰ ਸਾਧ ਸੰਗਤ ਜੀ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੋਵੇ। ਸ੍ਰਿਸ਼ਟੀ ਦੇ ਭਲੇ ਹਿੱਤ ਜੋ ਜਗਤ ਅੰਦਰ ਪ੍ਰਗਟ ਹੋਵੇ ਉਹਨੂੰ ਅਵਤਾਰ ਆਖਿਆ ਜਾਂਦਾ। ਅਵਤਾਰ ਰੱਖਦੀ ਭਾਵ ਕਸ਼ਟ ਦੀ ਘੁੰਮਣ ਘੇਰੀ ਦੇ ਵਿੱਚ ਪਾਏ ਹੋਏ ਜੀਵਾਂ ਨੂੰ ਬਾਹਰ ਕੱਢਣ ਵਾਲੇ ਨੂੰ ਅਵਤਾਰ ਕਿਹਾ ਜਾਂਦਾ। ਤੇ ਸਾਧ ਸੰਗਤ ਜੀ ਅਵਤਾਰ 6 ਪ੍ਰਕਾਰ ਦੇ ਮੰਨੇ ਹੈ। ਪਹਿਲਾ ਅੰਸਾ ਅਵਤਾਰ, ਦੂਜਾ ਅਵੇਸ਼ਾ ਅਵਤਾਰ, ਤੀਜਾ ਕਲਾ ਅਵਤਾਰ, ਚੌਥਾ ਨਿਤ ਅਵਤਾਰ, ਪੰਜਵਾਂ ਨਿਮਿਤ ਅਵਤਾਰ ਤੇ ਛੇਵਾਂ ਪੂਰਨ ਅਵਤਾਰ ਮੰਨਿਆ ਹੈ। ਇਹ 6 ਪ੍ਰਕਾਰ ਦੇ ਅਵਤਾਰ ਹੁੰਦੇ ਹੈ। ਪਹਿਲਾ ਜੋ ਅੰਸਾ ਅਵਤਾਰ ਹੈ, ਇਹਦਾ ਭਾਵ ਇਹ ਹੈ ਕਿ ਸਾਧ ਸੰਗਤ ਜੀ ਜਿਸ ਮਨੁੱਖ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੈਸੀ ਹਕੂਮਤ ਦੀ ਸ਼ਕਤੀ ਹੋਵੇ, ਸਾਧ ਸੰਗਤ ਜੀ ਉਹਨੂੰ ਅੰਸਾ ਅਵਤਾਰ ਕਿਹਾ ਜਾਂਦਾ ਹੈ। ਜਿਵੇਂ ਮਨੂ ਰਾਜਾ ਹੋਇਆ, ਪ੍ਰਿਥੂ ਰਾਜਾ ਹੋਇਆ, ਪ੍ਰੇਮ ਕਰਕੇ ਲੋਕਾਈ ਉਹਨਾਂ ਦੇ ਅਧੀਨ ਹੋ ਜਾਵੇ, ਹਕੂਮਤ ਉਹਨਾਂ ਦੀ ਚੱਲਦੀ ਹੋਵੇ, ਸਾਧ ਸੰਗਤ ਨੂੰ ਅੰਸਾ ਅਵਤਾਰ ਕਿਹਾ ਜਾਂਦਾ ਹੈ। ਤੇ ਦੂਸਰਾ ਜੋ ਅਵੇਸ਼ਾ ਅਵਤਾਰ ਹੈ, ਜਗਤ ਅੰਦਰ ਆਇਆ ਹੋਇਆ, ਜਿਵੇਂ ਸਾਧ ਸੰਗਤ ਜੀ ਪਰਸਰਾਮ, ਇਹ ਸਾਧ ਸੰਗਤ ਜੀ ਪਹਿਲਾਂ ਸੰਸਾਰ ਦੇ ਅੰਦਰ ਕੋਈ ਵੀ ਇਹਦੇ ਕੋਲ ਤਾਕਤ ਨਹੀਂ ਸੀ ਪਰਸਰਾਮ ਦੇ ਕੋਲ। ਪਰ ਲੰਮੇਰਾ ਸਮਾਂ ਜਦੋਂ ਬਹੁਤ ਜ਼ਿਆਦਾ ਘਾਲਣਾ ਘਾਲ ਕੇ ਜਪ ਤਪ ਕੀਤਾ, ਲੰਮੇਰਾ ਸਮਾਂ ਬੰਦਗੀ ਕੀਤੀ, ਪਰਮੇਸ਼ਰ ਨੂੰ ਯਾਦ ਕੀਤਾ, ਫਿਰ ਇਹ ਸ਼ਕਤੀਆਂ ਪ੍ਰਾਪਤ ਹੋਈਆਂ। ਤੇ ਸਾਧ ਸੰਗਤ ਜੀ 21 ਵਾਰ ਛਤਰੀਆਂ ਨੂੰ ਮਾਰ ਕਰਕੇ ਤੇ ਬ੍ਰਾਹਮਣਾਂ ਨੂੰ ਰਾਜ ਦਿਵਾਇਆ ਸੀਗਾ ਇਹ ਪਰਸਰਾਮ ਨੇ। ਭਾਵ ਪਹਿਲਾਂ ਕੋਈ ਸ਼ਕਤੀ ਨਾ ਹੋਵੇ ਤੇ ਬਾਅਦ ਵਿੱਚ ਜਪ ਤਪ ਕਰਕੇ ਬੰਦਗੀ ਕਰਕੇ ਸ਼ਕਤੀ ਹਿਰਦੇ ਅੰਦਰ ਪ੍ਰਵੇਸ਼ ਹੋ ਜਾਵੇ, ਉਹਨੂੰ ਅਵੇਸ਼ਾ ਅਵਤਾਰ ਕਿਹਾ ਜਾਂਦਾ ਹੈ। ਅਵੇਸ਼ਾ ਦਾ ਅਰਥ ਵੀ ਹੈ ਪ੍ਰਵੇਸ਼ ਹੋਣਾ। ਪਹਿਲਾਂ ਕੋਈ ਸ਼ਕਤੀ ਨਹੀਂ ਸੀ ਪਰ ਜਪ ਤਪ ਕੀਤਾ ਤੇ ਸਾਧ ਸੰਗਤ ਜੀ ਪਰਸਰਾਮ ਨੂੰ ਇਹ ਫਿਰ ਸ਼ਕਤੀਆਂ ਪ੍ਰਾਪਤ ਹੋਈਆਂ, ਉਹਨੂੰ ਅਵੇਸ਼ਾ ਅਵਤਾਰ ਮੰਨਿਆ ਜਾਂਦਾ ਹੈ। ਔਰ ਇਸੇ ਪ੍ਰਕਾਰ ਤੀਸਰਾ ਸਾਧ ਸੰਗਤ ਜੀ ਕਲਾ ਅਵਤਾਰ ਹੈ।
ਜਿਵੇਂ ਜਗਤ ਅੰਦਰ ਸਾਧ ਸੰਗਤ ਕਿਸੇ ਮਨੋਰਥ ਨੂੰ ਲੈ ਕਰਕੇ ਕੋਈ ਸ਼ਕਤੀ ਲੈ ਕੇ ਜਗਤ ਅੰਦਰ ਪ੍ਰਗਟ ਹੋਣਾ ਕਲਾ ਨਾਮ ਸ਼ਕਤੀ ਦਾ ਹੈ, ਜਾਂ ਥੋੜੀ ਬਹੁਤ ਸ਼ਕਤੀਆਂ ਧਾਰਨ ਕਰਕੇ ਜਗਤ ਅੰਦਰ ਪ੍ਰਗਟ ਹੋਣਾ, ਜੀਵਾਂ ਦਾ ਭਲਾ ਕਰਨਾ, ਕਿਸੇ ਕਾਰਜ ਨੂੰ ਮੁੱਖ ਰੱਖ ਕਰਕੇ ਜਗਤ ਅੰਦਰ ਪ੍ਰਗਟ ਹੋਣਾ, ਇਹ ਕਲਾ ਅਵਤਾਰ ਮੰਨਿਆ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ ਵਿਸ਼ਨੂੰ ਜੀ ਦੇ 24 ਅਵਤਾਰਾਂ ਦੇ ਵਿੱਚੋਂ ਕੱਛ ਅਵਤਾਰ ਤੇ ਮੱਛ ਅਵਤਾਰ ਹੋਏ, ਇਹਨਾਂ ਕੋਲ ਦੋ ਦੋ ਕਲਾ ਧਾਰਨ ਕਰਕੇ ਜਗਤ ਅੰਦਰ ਪ੍ਰਗਟ ਹੋਏ ਸਨ। ਜਿਸ ਸਮੇਂ ਦੈਂਤ ਤੇ ਸਾਧ ਸੰਗਤ ਦੇਵਤੇ ਮਿਲ ਕਰਕੇ ਸਮੁੰਦਰ ਨੂੰ ਜਦੋਂ ਰਿੜਕਣਾ ਪਾਉਣਾ ਕੀਤਾ, ਮਧਿਆਚਲ ਪਰਬਤ ਨੂੰ ਸਾਧ ਸੰਗਤ ਜੀ ਰਿੜਕਣਾ ਪਾਇਆ, ਔਰ ਜੋ ਸ਼ੇਸ਼ ਨਾਗ ਸੀ ਉਹਦਾ ਨੇਕਾ ਬਣਾ ਕਰਕੇ ਭਾਵ ਰੱਸਾ ਬਣਾਇਆ। ਇੱਕ ਪਾਸੇ ਦੇਵਤੇ ਤੇ ਇੱਕ ਪਾਸੇ ਦੈਂਤ ਹੋ ਗਏ ਸਨ, ਤੇ ਉਹ ਸਮੇਂ ਇਤਨਾ ਜ਼ਿਆਦਾ ਪਹਾੜ ਦਾ ਭਾਰ ਸੀ ਕਿ ਸਾਧ ਸੰਗਤ ਜੀ ਸਮੁੰਦਰ ਦੇ ਹੇਠਾਂ ਹੀ ਧਸੀ ਜਾਂਦਾ ਸੀਗਾ, ਤੇ ਉਹ ਮਥਨ ਹੁੰਦਾ ਹੀ ਨਹੀਂ ਸੀਗਾ ਸਮੁੰਦਰ ਦਾ। ਫਿਰ ਉਸ ਸਮੇਂ ਵਿਸ਼ਨੂੰ ਜੀ ਨੇ ਸਾਧ ਸੰਗਤ ਜੀ ਜੋ ਕੱਛ ਅਵਤਾਰ ਧਾਰਿਆ ਤੇ ਨੇਹੀ ਦਾ ਕੰਮ ਦਿੱਤਾ, ਤੇ ਉਸ ਸਮੇਂ ਫਿਰ ਦੇਵਤਿਆਂ ਤੇ ਦੈਂਤਾਂ ਨੇ ਮਿਲ ਕਰਕੇ ਸਮੁੰਦਰ ਨੂੰ ਰੁੜਕਿਆ ਸੀਗਾ। ਔਰ ਜਦੋਂ ਬ੍ਰਹਮਾ ਜੀ ਦਾ ਸੰਖਾਸੁਰ ਦੈਂਤ ਸੰਖ ਚੁਰਾ ਕੇ ਤੇ ਸਮੁੰਦਰ ਦੇ ਵਿੱਚ ਜਾ ਕੇ ਛੁਪ ਗਿਆ ਸੀ, ਤੇ ਬ੍ਰਹਮਾ ਜੀ ਨੂੰ ਵੇਦ ਬਾਣੀ ਸਫੁਰਨ ਨਹੀਂ ਸੀ ਹੁੰਦੀ, ਕਿਉਂਕਿ ਜਦੋਂ ਸੰਖ ਸਾਧ ਸੰਗਤ ਜੀ ਅਲਾਪਦੇ ਸਨ ਉਹਦੇ ਵਿੱਚੋਂ ਆਵਾਜ਼ ਸਾਧ ਸੰਗਤ ਜੀ ਧੁਨੀਆਂ ਦੇ ਦੁਆਰਾ ਵੇਦਾਂ ਦਾ ਪਾਠ ਸਫੁਰਨ ਹੁੰਦਾ ਸੀ ਬ੍ਰਹਮਾ ਜੀ ਨੂੰ। ਉਹ ਸਾਰੀ ਸ਼ਕਤੀ ਉਹ ਸੰਖ ਦੇ ਵਿੱਚ ਸੀਗੀ। ਜੋ ਸੰਖਾਸੁਰ ਦੈਂਤ ਚੁਰਾ ਕੇ ਸਮੁੰਦਰ ਦੇ ਵਿੱਚ ਚਲਾ ਗਿਆ, ਤੇ ਫਿਰ ਵਿਸ਼ਨੂੰ ਜੀ ਨੇ ਸਾਧ ਸੰਗਤ ਮੱਛ ਅਵਤਾਰ ਧਾਰਨ ਕੀਤਾ ਸੀ। ਇਹ ਕਲਾ ਅਵਤਾਰ ਦੇ ਬਾਬਤ ਜ਼ਿਕਰ ਕਰ ਰਹੇ ਹਾਂ ਕਿ ਕਲਾ ਅਵਤਾਰ ਕੀ ਹੁੰਦਾ ਹੈ। ਦੋ ਦੋ ਸ਼ਕਤੀਆਂ ਲੈ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਪਾਵਨ ਬਾਣੀ ਅੰਦਰ ਜ਼ਿਕਰ ਵੀ ਕੀਤਾ ਹੈ। ਸੰਖਾਸੁਰ ਮਾਰੇ ਦੈਤ ਉਧਾਰੇ, ਸੰਖਾਸੁਰ ਮਾਰੇ ਦੈਤ ਉਧਾਰੇ, ਵੇਦ ਉਧਾਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਦਾਂ ਦਾ ਉਧਾਰ ਕੀਤਾ ਸੀ ਸੰਖਾਸੁਰ ਦੈਤ ਨੂੰ ਮਾਰ ਕਰਕੇ, ਮੱਛ ਅਵਤਾਰ ਧਾਰਨ ਕਰਕੇ। ਐਸਾ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਜੋ ਵਿਸ਼ਨੂੰ ਜੀ ਨੇ 24 ਅਵਤਾਰਾਂ ਦੇ ਵਿੱਚੋਂ ਮੱਛ ਅਵਤਾਰ ਕੱਛ ਅਵਤਾਰ ਧਾਰਨ ਕੀਤਾ, ਦੋ ਦੋ ਕਲਾ ਧਾਰਨ ਕਰਕੇ। ਇਹ ਸਾਧ ਸੰਗਤ ਜੀ ਕਲਾ ਅਵਤਾਰ ਹੈ। ਸ੍ਰਿਸ਼ਟੀ ਤੇ ਜੀਵਾਂ ਦੇ ਨਾਲੋਂ ਇਹ ਕਲਾ ਦੇ ਭਾਵ ਕਲਾ ਨਾਮ ਸ਼ਕਤੀਆਂ ਦਾ ਹੈ, ਤੇ ਜਗਤ ਦੇ ਜਿਤਨੇ ਵੀ ਜੀਵ ਹਨ ਇਹਨਾਂ ਦੇ ਨਾਲੋਂ ਵਿਸ਼ੇਸ਼ਤਾ ਹੀ ਜਿਨ੍ਹਾਂ ਨੇ ਕਲਾ ਧਾਰਨ ਕਰਨਾ ਕੀਤਾ। ਫਿਰ ਚੌਥਾ ਹੈ ਨਿਤ ਅਵਤਾਰ, ਜੋ ਬੰਦਗੀ ਕਰਨ ਵਾਲੇ ਮਹਾਂਪੁਰਖ ਹਨ, ਸਵਾਸ ਪਰਮੇਸ਼ਰ ਦਾ ਸਿਮਰਨ ਕਰਦੇ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ। ਉਹ ਜੋ ਬੰਦਗੀ ਕਰਨ ਵਾਲੇ ਮਹਾਂਪੁਰਖ ਸਾਧੂ ਜਾਣੇ ਹਨ, ਉਹ ਨਿਤ ਅਵਤਾਰ ਹਨ, ਕਿਉਂਕਿ ਪਰਮੇਸ਼ਰ ਦੀ ਚਲਾਈ ਹੋਈ ਜੋ ਮਰਜ਼ਾਦਾ ਹੈ, ਆਪ ਨਾਮ ਜਪਣਾ ਤੇ ਜਗਤ ਦੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਨਾਮ ਜਪਾਉਣਾ, ਸਦਾ ਹੀ ਪਰਉਪਕਾਰ ਵਾਲਾ ਸੁਭਾਅ ਧਾਰਨ ਕਰਕੇ ਰੱਖਣਾ, ਇਹ ਨਿਤ ਅਵਤਾਰ ਹੈ। ਫਿਰ ਨਿਮਿਤ ਅਵਤਾਰ, ਵਿਸ਼ੇਸ਼ ਕਰਕੇ ਕਿਸੇ ਕਾਰਜ ਨੂੰ ਲੈ ਕੇ ਜਗਤ ਦੇ ਅੰਦਰ ਪ੍ਰਗਟ ਹੋਣਾ, ਤੇ ਫਿਰ ਉਸੇ ਸਮੇਂ ਹੀ ਆਪਣਾ ਸਰੂਪ ਅਲੋਪ ਕਰ ਲੈਣਾ। ਸਾਧ ਸੰਗਤ ਜੀ ਨੂੰ ਨਿਮਿਤ ਅਵਤਾਰ ਕਿਹਾ ਜਾਂਦਾ ਹੈ। ਜਿਵੇਂ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨ ਦੇ ਵਾਸਤੇ ਨਰ ਸਿੰਘ ਦਾ ਰੂਪ ਧਾਰਨ ਕੀਤਾ ਸੀ ਨਾ, ਅਕਾਲ ਪੁਰਖ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਹੋਏ ਨੇ ਭਗਤ ਪ੍ਰਹਿਲਾਦ ਜੀ, ਕਿੰਨਾ ਯਤਨ ਕੀਤਾ ਸੀਗਾ। ਸਾਧ ਸੰਗਤ ਭਾਈ ਗੁਰਦਾਸ ਸਾਹਿਬ ਜੀ ਦੇ ਵਚਨ ਆਉਂਦੇ ਆ, ਜਲ ਅਗਨੀ ਵਿੱਚ ਘਤਿਆ ਜਲ ਹੈ ਨਾ ਡੂਬੈ ਗੁਰ ਪ੍ਰਸਾਦ। ਪਾਣੀ ਵਿੱਚ ਵੀ ਡੋਬਣ ਦਾ ਯਤਨ ਕੀਤਾ, ਅੱਗ ਵਿੱਚ ਸਾੜਨ ਦਾ ਯਤਨ ਕੀਤਾ, ਪਰ ਭਗਤ ਪ੍ਰਹਿਲਾਦ ਜੀ ਦੀ ਜੋ ਭੂਆ ਲੱਗਦੀ ਸੀ ਨਾ ਹੋਲਕਾ, ਉਹ ਸੜ ਗਈ ਸੀਗੀ। ਪਾਣੀ ਦੇ ਵਿੱਚ ਵੀ ਡੋਬੇ ਨਾ, ਪਹਾੜਾਂ ਵਿੱਚੋਂ ਵੀ ਸੁੱਟਣ ਦਾ ਯਤਨ ਕੀਤਾ, ਪਹਾੜਾਂ ਨੇ ਆਪਣਾ ਸੁਭਾਅ ਬਦਲ ਲਿਆ, ਰੂਹ ਵਰਗੇ ਪੋਲੇ ਬਣ ਗਏ। ਫਿਰ ਸ਼ਸਤਰਾਂ ਦੇ ਨਾਲ ਵੀ ਕੱਟਣ ਦਾ ਯਤਨ ਕੀਤਾ, ਪਰ ਰੱਤਾ ਭਰ ਵੀ ਕੋਈ ਮਨ ਦੇ ਵਿੱਚ ਡਰ ਨਹੀਂ ਧਾਰਨ ਕੀਤਾ। ਅਡੋਲ ਹੋ ਕੇ ਪਰਮੇਸ਼ਰ ਨੂੰ ਯਾਦ ਕਰਦੇ ਰਹੇ, ਤੇ ਸਾਧ ਸੰਗਤ ਨਰ ਸਿੰਘ ਦਾ ਰੂਪ ਧਾਰਨ ਕਰਕੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ। ਇਹ ਨਿਮਿਤ ਅਵਤਾਰ ਹੈ। ਔਰ ਇਸੇ ਤਰ੍ਹਾਂ ਜਦੋਂ ਬਾਲਰਾਜ ਜੀ ਨੂੰ ਸ਼ਰਨਾ ਕੀਤਾ ਸੀ ਨਾ ਬਾਮਨ ਰੂਪ ਧਾਰਨ ਕਰਕੇ,
ਜੋ 52 ਅਵਤਾਰ ਧਾਰਿਆ ਸੀ ਉਹ ਵੀ ਨਿਮਿਤ ਅਵਤਾਰ ਦੇ ਵਿੱਚ ਹੀ ਮੰਨਿਆ ਜਾਂਦਾ ਹੈ। ਫਿਰ ਉਸੇ ਸਮੇਂ ਆਪਣਾ ਸਰੂਪ ਅਲੋਪ ਕਰ ਲੈਣਾ, ਇਹ ਸਾਧ ਸੰਗਤ ਜੀ ਨਿਮਿਤ ਅਵਤਾਰ ਹੈ। ਤੇ ਛੇਵਾਂ ਹੈ ਪੂਰਨ ਅਵਤਾਰ। ਪੂਰਨ ਭਾਵ ਜਿਹਦੇ ਵਿੱਚ 24 ਅਵਤਾਰਾਂ ਦੇ ਵਿੱਚੋਂ ਵਿਸ਼ਨੂੰ ਜੀ ਦੇ ਅਵਤਾਰਾਂ ਚੋਂ 2 ਜਿਹੜੇ ਅਵਤਾਰ ਪੂਰਨ ਮੰਨੇ ਜਾਂਦੇ ਹੈ, ਸ਼੍ਰੀ ਰਾਮਚੰਦਰ ਜੀ ਔਰ ਸ਼੍ਰੀ ਕ੍ਰਿਸ਼ਨ ਜੀ। ਤ੍ਰੇਤੇ ਯੁੱਗ ਦੇ ਅਵਤਾਰ ਸ਼੍ਰੀ ਰਾਮਚੰਦਰ ਜੀ ਵੀ ਪੂਰਨ ਅਵਤਾਰ ਮੰਨੇ ਜਾਂਦੇ ਹੈ। ਫਿਰ ਸਾਧ ਸੰਗਤ ਜੀ ਦੁਆਪਰ ਦੇ ਵੀ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਜੋ ਅਵਤਾਰ ਧਾਰਿਆ ਹੈ, ਇਹ ਵਿਸ਼ਨੂੰ ਦੇ ਅਵਤਾਰ ਹੋਏ ਹੈ। ਤੇ ਸਾਧ ਸੰਗਤ ਜੀ ਵੀ ਪੂਰਨ ਅਵਤਾਰ ਮੰਨੇ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਫਿਰ ਇੱਥੇ ਸਵਾਲ ਕੀਤਾ ਜਾਂਦਾ ਪ੍ਰੇਮੀਆਂ ਵੱਲੋਂ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨ ਅਵਤਾਰ ਹਨ ਕਿ ਜਾਂ ਕਿਸੇ ਦੇਵੀ ਦੇਵਤੇ ਦੇ ਅਵਤਾਰ ਨੇ, ਕਿ ਜਾਂ ਜਿਹੜੇ 24 ਅਵਤਾਰ ਵਿਸ਼ਨੂੰ ਜੀ ਨੇ ਧਾਰਨ ਕੀਤੇ ਉਹਨਾਂ ਅਵਤਾਰਾਂ ਦੇ ਵਿੱਚੋਂ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ? ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਸਰੂਪ ਹਨ। ਪੂਰਨ ਅਵਤਾਰ ਜਿਹਦੇ ਵਿੱਚ ਰਤਾ ਭਾਵ ਕੋਈ ਉਣਤਾ ਨਾ ਹੋਵੇ। ਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਰਗੁਣ ਨੇ ਸਰਗੁਣ ਸਰੂਪ ਜਗਤ ਅੰਦਰ ਪ੍ਰਗਟ ਕੀਤਾ ਹੈ। ਇਹ ਅੱਗੇ ਜਾ ਕਰਕੇ ਜਿਹੜੇ ਪ੍ਰਮਾਣਾਂ ਦਾ ਪ੍ਰਮਾਣ ਦੇ ਕਰਕੇ ਸਾਧ ਸੰਗਤ ਜੀ ਇਹਦੇ ਬਾਬਤ ਵਿਚਾਰ ਕਰਨੀ, ਉਹਨਾਂ ਵਿੱਚ ਅੱਗੇ ਵਿਚਾਰ ਆਉਣੀ ਹੈ। ਜਿਵੇਂ ਵੈਦਿਕ ਪ੍ਰਮਾਣ, ਲੋਕਕ ਪ੍ਰਮਾਣ ਔਰ ਸਵੈ ਪ੍ਰਮਾਣ ਤੇ 5 ਪ੍ਰਕਾਰ ਦੇ ਜਿਨ੍ਹਾਂ ਦੇ ਨਾਲ ਨਿਰਣਾ ਕੀਤਾ ਜਾਂਦਾ ਹੈ ਕਿ ਅਵਤਾਰ ਆਖਿਆ ਕਿਸ ਨੂੰ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਪਰਮੇਸ਼ਰ ਸਰੂਪ ਹਨ। ਕਿਉਂਕਿ ਸ਼੍ਰੀ ਰਾਮਚੰਦਰ ਜੀ 14 ਕਲਾ ਸਾਧ ਸੰਗਤ ਜੀ ਲੈ ਕੇ ਜਗਤ ਵਿੱਚ ਆਏ ਔਰ ਸ਼੍ਰੀ ਕ੍ਰਿਸ਼ਨ ਜੀ ਸਾਧ ਸੰਗਤ ਜੀ 16 ਕਲਾ ਲੈ ਕਰਕੇ ਜਗਤ ਅੰਦਰ ਪ੍ਰਗਟ ਹੋਏ ਹੈ। 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਅਨੰਤ ਕਲਾ ਲੈ ਕਰਕੇ ਭਾਵ ਮਹਾਰਾਜ ਸੱਚੇ ਪਾਤਸ਼ਾਹ ਬੇਅੰਤ ਸ਼ਕਤੀਆਂ ਦੇ ਮਾਲਕ ਹੋ ਕੇ ਜਗਤ ਅੰਦਰ ਪ੍ਰਗਟ ਹੋਏ ਹੈ। ਇਸ ਲਈ ਗਰੀਬ ਨਵਾਜ ਸਤਿਗੁਰੂ ਜੀ ਕਿਸੇ ਦੇਵੀ ਦੇਵਤੇ ਦੇ ਸਾਧ ਸੰਗਤ ਜੀ ਅਵਤਾਰ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਪਰਮੇਸ਼ਰ ਦਾ ਸਰਗੁਣ ਸਰੂਪ ਜਗਤ ਅੰਦਰ ਪ੍ਰਗਟ ਹੋਏ ਹੈ। ਤੇ ਫਿਰ ਸ਼ੰਕਾਵਾਦੀ ਇੱਥੇ ਸਵਾਲ ਕਰਦੇ ਹੈ ਜੀ ਕਿ ਕੋਈ ਪ੍ਰਮਾਣ ਵੀ ਦੇਵੋ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨ ਅਵਤਾਰ ਹਨ। ਤੇ ਸਾਧ ਸੰਗਤ ਜੀ ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਿਸ਼ਚੈ ਕਰਕੇ ਜਾਣੋ ਕਿ ਪੂਰਨ ਅਵਤਾਰ ਹਨ। ਕਿਉਂਕਿ ਜਿਹੜਾ ਵੈਦਿਕ ਪੁਰਾਣ ਪ੍ਰਮਾਣ ਹੁੰਦਾ ਹੈ ਨਾ, ਇਹਦੇ ਵਿੱਚ ਸਿਮਰਤੀਆਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਰਮੇਸ਼ਰ ਸਰੂਪ ਕਥਨ ਕੀਤਾ ਕਿ ਸਾਖਸ਼ਾਤ ਪ੍ਰਤੱਖ ਗੁਰੂ ਰੂਪ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਹਨ। ਗੁਰੂ ਆਓ ਬ੍ਰਹਮਾ, ਗੁਰੂ ਆਓ ਵਿਸ਼ਨੂੰ, ਗੁਰੂ ਆਓ ਦੇਵ ਮਹੇਸ਼ਵਰਾ, ਗੁਰੂ ਆਓ ਪਾਰ ਬ੍ਰਹਮ ਪਰਮੇਸ਼ਵਰ ਸਾਖਸ਼ਾਤ, ਗੁਰੂ ਆਓ ਤਤਵੰ ਤਵੰ ਨਮః। ਇਹ ਸਿਮਰਤੀਆਂ ਦੇ ਅੰਦਰ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਜੋ 27 ਸਿਮਰਤੀਆਂ ਹਨ ਕਿ ਜਿਹੜਾ ਪ੍ਰਤੱਖ ਸਾਖਸ਼ਾਤ ਹੈ ਨਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਸਰੂਪ ਹੋ ਕੇ ਜਗਤ ਅੰਦਰ ਪ੍ਰਗਟ ਹੋਏ ਹੈ। ਤੇ ਪ੍ਰਤੱਖ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ ਹੈ। ਹਜੂਰ ਨੇ ਜਪ ਸਾਹਿਬ ਪਾਵਨ ਬਾਣੀ ਦੇ ਅੰਦਰ ਵੀ ਇਹ ਜ਼ਿਕਰ ਕੀਤਾ ਕਿ ਗੁਰ ਈਸਰ, ਗੁਰ ਗੋਰਖ, ਬਰਮਾ, ਗੁਰ ਪਾਰਬਤੀ ਮਾਈ, ਸਭ ਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਸਰੂਪ ਹਨ। ਗਰੀਬ ਨਵਾਜ ਐਸਾ ਸਤਿਗੁਰੂ ਜੀ ਦਾ ਪ੍ਰਤੱਖ ਸਰਗੁਣ ਸਰੂਪ ਹੈ। ਫਿਰ ਸਾਧ ਸੰਗਤ ਜੀ ਲੌਕਿਕ ਪ੍ਰਮਾਣ ਦੇ ਵਿੱਚ ਜੋ ਕਿਸੇ ਦੁਆਰਾ ਉਚਾਰਨ ਕੀਤਾ ਹੋਵੇ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਲੌਕਿਕ ਪ੍ਰਮਾਣ ਹਨ ਜਿਨ੍ਹਾਂ ਨੇ ਯਥਾਰਥ ਸਾਧ ਸੰਗਤ ਜੀ ਪ੍ਰਮਾਣ ਦਿੱਤੇ ਹੈ, ਜਿਨ੍ਹਾਂ ਦੀ ਪਵਿੱਤਰ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ ਕਿ ਜਿੰਨੀ ਦੇਰ ਤੱਕ ਭਾਈ ਗੁਰਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ, ਵਾਰਾਂ ਨੂੰ, ਕਵਿਤਾ ਸਵਈਆਂ ਨੂੰ ਪੜ੍ਹਿਆ ਨਾ ਜਾਵੇ ਤੇ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਅਰਥਾਂ ਦੀ ਸਮਝ ਨਹੀਂ ਪੈਂਦੀ। ਇਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤਾ ਹੈ। ਰਹੋ ਵਿਚਾਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ, ਗੁਰੂ ਨਾਨਕ ਜਗ ਮਾਹੇ ਪਠਾਇਆ, ਸੁਣੀ ਪੁਕਾਰ ਦਾ ਤਾਰ ਪ੍ਰਭ
ਗੁਰੂ ਨਾਨਕ ਜਗ ਮਾਹਿ ਪਠਾਇਆ। ਪਰਮੇਸ਼ਰ ਨੇ ਧਰਤੀ ਦੀ ਬੇਬਲਤਾ ਭਰੀ ਪੁਕਾਰ ਸੁਣ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਗੁਰੂ ਸਰੂਪ ਜਗਤ ਅੰਦਰ ਪ੍ਰਗਟ ਕੀਤਾ ਹੈ। ਅਕਾਲ ਪੁਰਖ ਪਰਮੇਸ਼ਰ ਨੇ ਆਪਣਾ ਸਰੂਪ ਜਗਤ ਅੰਦਰ ਪ੍ਰਗਟ ਕੀਤਾ ਸਰਗੁਣ ਸਰੂਪ ਦੇ ਵਿੱਚ। ਫਿਰ ਹੋਰ ਵੀ ਬਚਨ ਆਉਂਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਕਲਯੁਗ ਦਾ ਉਦਾਰ ਕਰਨ ਦੇ ਵਾਸਤੇ ਕਲ ਧਾਰਨ ਗੁਰੂ ਨਾਨਕ ਆਇਆ। ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਜਗਤ ਨੂੰ ਤਾਰਨ ਦੇ ਵਾਸਤੇ ਮਹਾਰਾਜ ਪ੍ਰਤੱਖ ਪ੍ਰਗਟ ਹੋਏ ਹੋ। ਗੁਰੂ ਸਰੂਪ ਦੇ ਵਿੱਚ ਮਹਾਰਾਜ ਆਪ ਜੀ ਨੇ ਆਪਣਾ ਸਰੂਪ ਪ੍ਰਗਟ ਕੀਤਾ ਹੈ। ਇਹ ਲੌਕਿਕ ਪ੍ਰਮਾਣ ਹੋ ਗਿਆ। ਤੇ ਤੀਜਾ ਹੈ ਸਵੈ ਪ੍ਰਮਾਣ। ਸਵੈ ਕਹਿੰਦੇ ਨੇ ਆਪਣਾ ਜੋ ਪ੍ਰਮਾਣ ਆਪ ਦੇਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਬਚਨ ਕਰਦੇ ਹਨ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਹ ਸਵੈ ਪ੍ਰਮਾਣ ਹੋ ਗਿਆ। ਸ਼ੰਕੇ ਦੀ ਕੋਈ ਗੁੰਜਾਇਸ਼ ਰਹਿ ਹੀ ਨਹੀਂ ਜਾਂਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੇ ਫਿਰ ਇਹ ਸਵਾਲ ਕਰਦੇ ਹਨ ਪ੍ਰੇਮੀ ਜਨ ਕਿ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨ ਅਵਤਾਰ ਹਨ ਤੇ ਇਹਦੇ ਬਾਬਤ ਵੀ ਕੋਈ ਦੱਸਿਆ ਜਾਵੇ। ਸਾਧ ਸੰਗਤ ਜੀ ਪੰਜ ਤਰ੍ਹਾਂ ਕਰਕੇ ਤੁਲਨਾ ਕੀਤੀ ਜਾਂਦੀ ਹੈ, ਪੰਜ ਤਰ੍ਹਾਂ ਕਰਕੇ ਪਰਖਿਆ ਜਾਂਦਾ ਕਿ ਪੂਰਨ ਅਵਤਾਰ ਕੌਣ ਹੁੰਦਾ ਹੈ। ਪਹਿਲੀ ਤਾਂ ਗੱਲ ਇਹ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਨਾਲ ਗੁਰੂ ਪਦ ਲੱਗਾ। ਜਗਤ ਅੰਦਰ ਕੋਈ ਵੀ ਐਸੀ ਦੇਵੀ ਸ਼ਕਤੀ ਨਹੀਂ, ਕੋਈ ਐਸਾ ਪੀਰ ਪੈਗੰਬਰ ਅਵਤਾਰ ਔਲੀਆ ਨਹੀਂ ਹੋਇਆ ਜਿਸ ਦੇ ਨਾਮ ਦੇ ਨਾਲ ਗੁਰੂ ਪਦ ਲੱਗਦਾ ਹੋਵੇ। 24 ਅਵਤਾਰਾਂ ਦੇ ਨਾਮ ਪੜ੍ਹ ਕੇ ਦੇਖ ਲਵੋ। ਫਿਰ ਸਾਧ ਸੰਗਤ ਜੀ ਜਿੰਨੇ ਮਹਾਨ ਤਪ ਕਰਨ ਵਾਲੇ ਤਪਸਵੀ ਹੋਏ ਉਹਨਾਂ ਦੇ ਨਾਮ ਪੜ੍ਹ ਕੇ ਦੇਖ ਲਵੋ। ਰਿਖੀਆਂ ਦੇ ਨਾਮ ਪੜ੍ਹ ਕੇ ਦੇਖ ਲਵੋ, ਮੁਨੀ ਜਨਾਂ ਦੇ ਨਾਮ ਪੜ੍ਹ ਕੇ ਦੇਖ ਲਵੋ, ਭਗਤ ਜਨਾਂ ਦੇ ਨਾਮ ਪੜ੍ਹ ਕੇ ਦੇਖ ਲਵੋ। ਕਿਸੇ ਨਾਮ ਦੇ ਨਾਲ ਸਾਧ ਸੰਗਤ ਜੀ ਗੁਰੂ ਪਦ ਨਹੀਂ ਲੱਗਦਾ। ਜੇ ਗੁਰੂ ਪਦ ਲੱਗਦਾ ਹੈ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਮ ਨਾਲ ਲੱਗਦਾ ਹੈ। ਐਸੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਸਰੂਪ ਹੋ ਕੇ ਜਗਤ ਅੰਦਰ ਪ੍ਰਗਟ ਹੋਏ ਹਨ। ਫਿਰ ਸਾਧ ਸੰਗਤ ਜੀ ਜਗਤ ਅੰਦਰ ਸ਼ਕਤੀ, ਵਿਅਕਤੀ, ਪ੍ਰਗਿਆ, ਫਿਰ ਕਰਤੱਵ ਤੇ ਆਯੂ, ਇਹ ਪੰਜ ਤਰ੍ਹਾਂ ਕਰਕੇ ਪਰਖ ਕੀਤੀ ਜਾਂਦੀ ਹੈ ਕਿ ਪੂਰਨ ਅਵਤਾਰ ਕੌਣ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਜੋ ਪੂਰਨ ਅਵਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰੂਪ ਹੋ ਕਰਕੇ ਜਗਤ ਅੰਦਰ ਪ੍ਰਗਟ ਹੋਏ ਹੈ। ਜੇ ਸ਼ਕਤੀ ਦੀ ਗੱਲ ਕਰਦੇ ਹਨ ਤੇ ਸਾਧ ਸੰਗਤ ਜੀ ਜੋ ਸ਼੍ਰੀ ਰਾਮਚੰਦਰ ਜੀ ਜਿਸ ਸਮੇਂ ਇਹਨਾਂ ਦੇ ਮਾਤਾ ਕੁਸ਼ਲਿਆ ਜੀ ਸਾਧ ਸੰਗਤ ਜੀ ਦੇਵੀ ਦੀ ਪੂਜਾ ਕਰਨ ਵਾਸਤੇ ਮੂਰਤੀ ਦੀ ਪੂਜਾ ਕਰਿਆ ਕਰਦੇ ਸਨ ਬੜੇ ਪ੍ਰੇਮ ਦੇ ਨਾਲ। ਤੇ ਉਸ ਸਮੇਂ ਆਪ ਸ਼੍ਰੀ ਰਾਮਚੰਦਰ ਜੀ ਨੇ ਸਾਧ ਸੰਗਤ ਜੀ ਮੂਰਤੀ ਨੂੰ ਪਿੱਛੇ ਹਟਾ ਕਰਕੇ ਤੇ ਆਪਣਾ ਬੜਾ ਵਿਰਾਟ ਸਰੂਪ ਦਿਖਾ ਕਰਕੇ ਦਰਸ਼ਨ ਦਿੱਤੇ ਸਨ। ਇਹ ਸ਼੍ਰੀ ਰਾਮਚੰਦਰ ਜੀ ਨੇ ਆਪਣੀ ਸ਼ਕਤੀ ਕਲਾ ਦਿਖਾਈ। ਫਿਰ ਜਿਸ ਸਮੇਂ ਕ੍ਰਿਸ਼ਨ ਜੀ ਸਾਧ ਸੰਗਤ ਜੀ ਛੋਟੀ ਜੀ ਉਮਰਾਂ ਦੇ ਵਿੱਚ ਜੋ ਮਿੱਟੀ ਖਾਂਦੇ ਹੋਏ ਤੇ ਸਾਧ ਸੰਗਤ ਜੀ ਮਾਤਾ ਦੇਵਕੀ ਨੇ ਸਾਧ ਸੰਗਤ ਜੀ ਉਸ ਸਮੇਂ ਜਦੋਂ ਵਰਜਿਆ ਕਹਿਣ ਲੱਗੇ ਕਿ ਇਹ ਪੁੱਤਰ ਕਾਨਾ ਇਹ ਤੁਸੀਂ ਮਿੱਟੀ ਕੋ ਖਾਦੀ, ਕਹਿੰਦੇ ਨਹੀਂ, ਕਹਿੰਦੇ ਮੁਖ ਮੂੰਹ ਅੱਡ ਕੇ ਦਿਖਾਓ। ਤੇ ਸਾਧ ਸੰਗਤ ਐਸਾ ਵਿਰਾਟ ਸਰੂਪ ਦਿਖਾਇਆ ਉਸ ਸਮੇਂ ਸਾਰੀ ਸ੍ਰਿਸ਼ਟੀ ਮੁਖ ਦੇ ਵਿੱਚੋਂ ਦਿਖਾ ਦਿੱਤੀ ਸੀ ਆਪਣੀ ਮਾਤਾ ਨੂੰ। ਇਹ ਸ਼ਕਤੀ ਦਿਖਾਈ ਗਈ। ਤੇ ਜੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਜੀਵਨ ਪੜ੍ਹਦੇ ਹਾਂ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਨਾ ਰਾਏ ਭੋਏ ਦੀ ਤਲਵੰਡੀ ਵਿੱਚ ਬਾਬਾ ਕਲਿਆਣ ਚੰਦ ਜੀ ਦੇ ਘਰ, ਮਾਤਾ ਤ੍ਰਿਪਤਾ ਦੇਵੀ ਜੀ ਦੇ ਘਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਤੇ ਸਾਧ ਸੰਗਤ ਜੀ ਇਤਿਹਾਸ ਕਹਿੰਦਾ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅੰਦਰ ਜ਼ਿਕਰ ਕੀਤਾ ਕਵੀ ਭਾਈ ਸੰਤੋਖ ਸਿੰਘ ਜੀ ਨੇ। ਹਜੂਰ ਨੇ ਜਦੋਂ ਅਵਤਾਰ ਧਾਰਿਆ ਤੇ ਚਾਰ ਦੀਵੇ ਚਾਰ ਮੁਖੇ ਚੌਮੁਖੇ ਬਲਦੇ ਪਏ ਸਨ। ਬੜਾ ਪ੍ਰਕਾਸ਼ ਸੀ ਉਹਨਾਂ ਦਾ ਕਮਰੇ ਦੇ ਵਿੱਚ। ਜਦੋਂ ਹਜੂਰ ਨੇ ਅਵਤਾਰ ਧਾਰੇ ਤੇ ਉਹਨਾਂ ਦੀਵਿਆਂ ਦਾ ਪ੍ਰਕਾਸ਼ ਵੀ ਮੱਧਮ ਪੈ ਗਿਆ। ਫਿਰ ਦੇਵੀ ਦੇਵਤੇ ਆਪ ਮਹਾਰਾਜ ਸੱਚੇ ਪਾਤਸ਼ਾਹੀ ਦੀ ਪੂਜਾ ਕਰਨ ਵਾਸਤੇ ਆਏ। ਮਾਤਾ ਜੀ ਸਾਧ ਸੰਗਤ ਜੀ ਬਿਸਤਰ ਤੇ ਆਰਾਮ ਕਰ ਰਹੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਉੱਚੇ ਆਸਣ ਤੇ ਬਿਠਾ ਕੇ
ਸਭ ਦੇਵੀ ਦੇਵਤੇ ਸਾਧ ਸੰਗਤ ਆ ਕਰਕੇ ਚੰਦਨ ਦਾ ਛਿੜਕਾਅ ਕਰਦੇ ਨੇ, ਫੁੱਲਾਂ ਦੀ ਵਰਖਾ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਫਿਰ ਜਦੋਂ ਬੇਨਤੀ ਕੀਤੀ ਆ ਨਾ ਦੇਵਤਿਆਂ ਨੇ ਮਿਲ ਕੇ, ਹੀ ਮਹਾਰਾਜ ਆਪ ਪ੍ਰਤੱਖ ਪਰਮੇਸ਼ਰ ਸਰੂਪ ਜਗਤ ਅੰਦਰ ਪ੍ਰਗਟ ਹੋਏ ਹੋ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, हे ਸਤਿਗੁਰੂ ਜੀ ਆਪ ਨੇ ਸਾਡੀ ਵੀ ਰੱਖਿਆ ਕਰਨੀ ਹੈ। ਸਭ ਲੋਕਾਈ ਦੀ ਰੱਖਿਆ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਆਪਣਾ ਸਰਗੁਣ ਸਰੂਪ ਜਗਤ ਅੰਦਰ ਪ੍ਰਗਟ ਕੀਤਾ ਹੈ। ਸਾਡੇ ਵੀ ਆਪ ਰੱਖਿਅਕ ਬਣੋਗੇ। ਜਦੋਂ ਇਉਂ ਬੇਨਤੀ ਕਰ ਰਹੇ ਸਨ ਤੇ ਮਾਤਾ ਜੀ ਉੱਠੇ, ਦੇਖਿਆ ਕਿ ਉਹ ਸਮੇਂ ਕਿ ਕਿਦੋਂ ਚੰਦਨ ਦਾ ਸਾਧ ਸੰਗਤ ਜੀ ਸੁਗੰਧੀ ਆਈ, ਫੁੱਲਾਂ ਦੀ ਵਰਖਾ ਹੋਈ ਦੇਖੀ, ਤੇ ਸਾਧ ਸੰਗਤ ਉਸ ਸਮੇਂ ਮੋਹ ਦੀ ਜਿਵੇਂ ਕਨਾਤ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਾਤਾ ਜੀ ਦੇ ਮੱਤ ਤੇ ਪਾ ਦਿੱਤੀ ਹੋਵੇ। ਜਿਵੇਂ ਛੋਟੇ ਬੱਚੇ ਰੋਂਦੇ ਆ ਨਾ, ਇਵੇਂ ਸਾਧ ਸੰਗਤ ਦੀ ਰੋਣ ਦੀ ਆਵਾਜ਼ ਦੇ ਵਿੱਚ ਮਾਤਾ ਤੋਂ ਦੁੱਧ ਮੰਗਦੇ ਹਨ। ਰੋਣ ਦੀ ਆਵਾਜ਼ ਦੇ ਵਿੱਚ ਭਾਵ ਇਹ ਪ੍ਰਤੱਖ ਜ਼ਾਹਰ ਨਹੀਂ ਕੀਤਾ ਕਿ ਅਸੀਂ ਪਰਮੇਸ਼ਰ ਸਰੂਪ ਜਗਤ ਅੰਦਰ ਪ੍ਰਗਟ ਹੋਏ ਆ। ਇਹ ਸ਼ਕਤੀ ਕਰਕੇ ਸਾਧ ਸੰਗਤ ਜੀ ਇਹ ਪਰਖ ਹੈ, ਤੁਲਨਾ ਕੀਤੀ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਕੋਈ ਆਪਣੀ ਵਡਿਆਈ ਵਾਸਤੇ ਸ਼ਕਤੀ ਨਹੀਂ ਦਿਖਾਈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ ਸਤਿਗੁਰੂ ਜੀ ਨੇ ਐਸਾ ਜਗਤ ਅੰਦਰ ਅਵਤਾਰ ਧਾਰਿਆ ਜੋ ਪ੍ਰਤੱਖ ਸਾਖਸ਼ਾਤ ਪਰਮੇਸ਼ਰ ਨੇ ਸਰਗੁਣ ਸਰੂਪ ਜਗਤ ਅੰਦਰ ਪ੍ਰਗਟ ਕੀਤਾ ਹੈ। ਤੇ ਸਾਧ ਸੰਗਤ ਜੀ ਹੋਰ ਜੋ ਦੇਵੀ ਦੇਵਤਿਆਂ ਨੇ ਜਿੰਨੀਆਂ ਵੀ ਸ਼ਕਤੀਆਂ ਦਿਖਾਈਆਂ ਜਾਂ ਸ਼੍ਰੀ ਰਾਮਚੰਦਰ ਜੀ ਨੇ, ਸ਼੍ਰੀ ਕ੍ਰਿਸ਼ਨ ਜੀ ਨੇ ਸ਼ਕਤੀਆਂ ਦਿਖਾਈਆਂ, ਉਹ ਆਪਣੀ ਵਡਿਆਈ ਦੇ ਵਾਸਤੇ ਦਿਖਾਈਆਂ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਈ ਆਪਣੀ ਵਡਿਆਈ ਲਈ ਸ਼ਕਤੀ ਨਹੀਂ ਜਗਤ ਅੰਦਰ ਦਿਖਾਈ। ਹਜ਼ੂਰ ਨੇ ਸਾਧ ਸੰਗਤ ਜੀ ਹੰਕਾਰ ਮਾਣ ਭਰਮਾਂ ਨੂੰ ਮਿਟਣ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਰੂਰ ਕਲਾ ਦਿਖਾਵਣਾ ਕੀਤੀ ਹੈ। ਗਰੀਬ ਨਵਾਜ ਜਿਸ ਸਮੇਂ ਸਾਧ ਸੰਗਤ ਜੀ ਜੋ ਵਲੀ ਕੰਧਾਰੀ ਦੇ ਮਨ ਵਿੱਚ ਹੰਕਾਰ ਸੀ ਕਿ ਮੈਂ ਬੜਾ ਸ਼ਕਤੀਆਂ ਵਾਲਾ, ਤੇ ਸਤਿਗੁਰੂ ਜੀ ਨੇ ਉਸ ਸਮੇਂ ਸਾਰਾ ਹੀ ਉਹਦਾ ਸਾਧ ਸੰਗਤ ਪਾਣੀ ਖਿੱਚ ਲਿਆ। ਉੱਥੇ ਹਜ਼ੂਰ ਨੇ ਸ਼ਕਤੀ ਦਿਖਾਈ ਉਹਦਾ ਮਾਣ ਤੋੜਨ ਦੇ ਵਾਸਤੇ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਗੋਰਖਨਾਥ ਨੂੰ ਸ਼ਕਤੀ ਦਿਖਾਈ। ਸਿਲਾ ਨਹੀਂ ਸੀ ਸਾਧ ਸੰਗਤ ਦੇ ਉਹਦੇ ਕੋਲ ਚੁੱਕੀ ਗਈ। ਇੰਨਾ ਭਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਲਾ ਦੇ ਦੁਆਰਾ ਪਾ ਦਿੱਤਾ, ਉਹਦਾ ਮਾਣ ਟੁੱਟ ਗਿਆ ਸੀਗਾ। ਕਹਿੰਦਾ ਸੀ ਮੈਂ ਤਾਂ ਤਨਕ ਮਾਤਰ ਸਮੇਂ ਵਿੱਚ ਕੁਝ ਦਾ ਕੁਝ ਕਰ ਦਿੰਦਾ, ਤਨਕ ਮਾਤਰ ਸਮੇਂ ਵਿੱਚ ਕਿਸੇ ਥਾਂ ਕੇ ਚੱਲ ਕੇ ਆ ਜਾਂਦਾ। ਇਹ ਸਿਲ ਮੇਰੀ ਗਾੜੀ ਪਾਲਾਂ ਕੀ ਹੈ, ਪਰ ਚੁੱਕ ਨਹੀਂ ਸੀਗਾ ਚੱਕਿਆ। ਉਹਦਾ ਹੰਕਾਰ ਸਤਿਗੁਰੂ ਜੀ ਨੇ ਤੋੜਿਆ। ਐਸੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਨ। ਸ਼ਕਤੀ ਤੇ ਫਿਰ ਵਿਅਕਤੀ, ਦੂਜੀ ਪਰਖ ਵਿਅਕਤੀ ਦੇ ਨਾਲ ਕੀਤੀ ਜਾਂਦੀ। ਵਿਅਕਤੀ ਸਰੂਪ ਦਾ ਨਾਮ ਹੈ। ਸਾਧ ਸੰਗਤ ਜੀ ਜੀਵਨ ਕਾਲ ਦੌਰਾਨ ਜਿੰਨਾ ਵੀ ਸਮਾਂ ਸ੍ਰੀ ਰਾਮਚੰਦਰ ਜੀ ਔਰ ਸ੍ਰੀ ਕ੍ਰਿਸ਼ਨ ਜੀ ਸਾਧ ਸੰਗਤ ਜੀ ਜਗਤ ਅੰਦਰ ਜੀਵਨ ਦਾ ਉਦਾਰ ਹਿਤ ਕਰਨ ਦੇ ਹਿਤ ਆਏ ਹੈ, ਤੇ ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਸਰੂਪ ਜਿਹੜਾ ਹੈ ਨਾ ਸ੍ਰੀ ਰਾਮਚੰਦਰ ਜੀ ਤੇ ਨਾ ਸ੍ਰੀ ਕ੍ਰਿਸ਼ਨ ਜੀ ਦੇ ਸਾਧ ਸੰਗਤ ਮੁਖ ਤੇ ਦਾੜਾ ਆਇਆ ਸਾਰਾ ਜੀਵਨ ਭਰ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਰੂਪ ਤੇ ਸੁੰਦਰ ਦਾਹੜਾ ਆਇਆ। ਤੇ ਸਾਧ ਸੰਗਤ ਜੀ ਜਦੋਂ ਸ੍ਰੀ ਰਾਮਚੰਦਰ ਜੀ ਜਨਕਪੁਰੀ ਵਿੱਚ ਗਏ ਹੈ ਨਾ, ਸਾਧ ਸੰਗਤ ਜੀ ਜੋ ਵਰਨ ਦੇ ਵਾਸਤੇ ਵਿਆਹ ਕਰਨ ਦੇ ਵਾਸਤੇ ਸ੍ਰੀ ਰਾਮਚੰਦਰ ਜੀ ਗਏ ਆ ਜਨਕਪੁਰੀ ਦੇ ਵਿੱਚ, ਉਸ ਸਮੇਂ ਉੱਥੋਂ ਦੀਆਂ ਜਿੰਨੀਆਂ ਵੀ ਸਾਧ ਸੰਗਤ ਜੀ ਦਾਸੀਆਂ ਸਨ, ਸਭ ਨੇ ਸ਼੍ਰੀ ਰਾਮਚੰਦਰ ਜੀ ਦੇ ਸਰੂਪ ਸੁੰਦਰ ਸਰੂਪ ਨੂੰ ਦੇਖ ਕਰਕੇ ਮੋਹਿਤ ਹੋ ਜਾਣਾ ਕੀਤਾ ਤੇ ਕਹਿਣ ਲੱਗੇ ਸਾਨੂੰ ਵੀ ਤੁਸੀਂ ਵਰ ਲਵੋ। ਤੇ ਕਹਿਣ ਲੱਗੇ ਕਿ ਦੁਆਪਰ ਯੁੱਗ ਦੇ ਅੰਦਰ ਕ੍ਰਿਸ਼ਨ ਰੂਪ ਵਿੱਚ ਹੋ ਕਰਕੇ ਤੁਹਾਨੂੰ ਵਰਾਂਗੇ। ਸਾਧ ਸੰਗਤ ਜੀ ਅਜਿਹਾ ਹੀ ਹੋਇਆ ਜਦੋਂ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਰੂਪ ਜੀ ਹੋ ਕਰਕੇ ਪ੍ਰਗਟ ਹੋਏ ਆ ਨਾ, ਅਵਤਾਰ ਧਾਰਿਆ, ਤੇ ਉਸ ਸਮੇਂ ਸਾਧ ਸੰਗਤ ਜੀ ਜਿੰਨੀਆਂ ਵੀ ਇਹ ਪਟਰਾਣੀਆਂ ਰੂਪ ਦੇ ਵਿੱਚ ਸਾਧ ਸੰਗਤ ਜੀ ਹੋਈਆਂ, ਜਿੰਨੀਆਂ ਵੀ ਜੋ ਅਯੁੱਧਿਆ ਤੋਂ ਚੱਲ ਕਰਕੇ ਜਦੋਂ ਜਨਕਪੁਰੀ ਵਿੱਚ ਗਏ ਸਨ ਸੀਤਾ ਜੀ ਨੂੰ ਵਰਨ ਦੇ ਵਾਸਤੇ, ਉਹਨਾਂ ਦੇ ਨਾਲ ਜੋ ਵਚਨ ਕੀਤਾ ਹੋਇਆ ਸੀ ਉਹ ਪੂਰਾ ਕੀਤਾ। ਪਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਜੀਵਨ ਪੜ੍ਹ ਕਰਕੇ ਦੇਖੋ
ਸ਼੍ਰੀ ਰਾਮਚੰਦਰ ਜੀ ਸਾਧ ਸੰਗਤ ਜੀ ਉਹਨਾਂ ਦੀ ਕਾਮ ਭਾਵਨਾ ਨੂੰ ਮੇਟ ਨਾ ਸਕੇ। ਇੰਨੀ ਸਮਰੱਥਾ ਨਹੀਂ, ਇੰਨੀ ਸ਼ਕਤੀ ਨਹੀਂ ਸੀ ਉਹਨਾਂ ਦੇ ਵਿੱਚ। ਪਰ ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੰਗਲਾਦੀਪ ਦੇ ਵਿੱਚ ਗਏ ਹੈ ਨਾ, ਰਾਜੇ ਸ਼ਿਵਨਾਭ ਦੇ ਦਰਸ਼ਨ ਦੇਣ ਦੇ ਵਾਸਤੇ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਸੁੱਕੇ ਹੋਏ ਬਾਗ ਦੇ ਵੀ ਜਦੋਂ ਜਾ ਕੇ ਚਰਨ ਪਾਏ, ਉੱਥੇ ਹਰਾ ਭਰਾ ਹੋ ਗਿਆ। ਤੇ ਜਿੰਨੀਆਂ ਇਹਦੀਆਂ ਪਟ ਰਾਣੀਆਂ ਸਨ, ਗੋਲੀਆਂ ਰੱਖੀਆਂ ਹੋਈਆਂ ਸਨ, ਉਹ ਪਰਖ ਕਰਨ ਦੇ ਵਾਸਤੇ, ਹਾਰ ਸ਼ਿੰਗਾਰ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਖ ਕਰਨ ਦੇ ਲਈ ਆਈਆਂ ਨੇ। ਤੇ ਹਜੂਰ ਨੇ ਸਾਧ ਸੰਗਤ ਜੀ ਬਚਨ ਉਚਾਰਨ ਕੀਤਾ, ਗਾਸ਼ਹ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸੱਚ ਦੋਤ ਸਵਾਰ। ਇਹ ਉਪਦੇਸ਼ ਦੇ ਕਰਕੇ ਸਾਧ ਸੰਗਤ ਜੀ ਉਹਨਾਂ ਦੀ ਮਨ ਦੀ ਮੰਦੀ ਵਾਸ਼ਨਾ ਨੂੰ ਮੇਟ ਦਿੱਤਾ। ਜਦੋਂ ਹਜੂਰ ਦੇ ਇਹ ਬਚਨ ਸੁਣੇ ਨਾ, ਤੇ ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਪਰਖ ਕਰਨ ਵਾਸਤੇ ਆਈਆਂ ਸਨ, ਮੰਦੀ ਭਾਵਨਾ ਮਨ ਵਿੱਚ ਲੈ ਕੇ, ਤੇ ਸਾਧ ਸੰਗਤ ਜੀ ਇਹ ਸੰਸਾਰ ਦੇ ਜਿਹੜੇ ਮੰਦੀ ਭਾਵਨਾ, ਮੰਦੇ ਵਾਸ਼ਨਾ, ਵਿਸ਼ੇ ਵਿਕਾਰ, ਉਹਨਾਂ ਨੂੰ ਦੁਨੀਆ ਦੇ ਸੰਸਾਰ ਦੇ ਗੰਦਗੀ ਦੀ ਤਰ੍ਹਾਂ ਪਾਸਣ ਲੱਗ ਪਈਆਂ ਕਿ ਜਿੰਨੇ ਦੁਨੀਆ ਦੇ ਵਿਕਾਰ ਹੈ ਨਾ, ਇਹ ਸਾਰੇ ਇਹ ਗੰਦਗੀ ਦੀ ਤਰ੍ਹਾਂ ਹਨ। ਫਿਰ ਜਾ ਕਰਕੇ ਰਾਜੇ ਸ਼ਿਵਨਾਭ ਨੂੰ ਆਖਿਆ, ਕਹਿਣ ਲੱਗੇ, ਹੇ ਰਾਜਨ, ਅੱਜ ਤੋਂ ਅਸੀਂ ਨਹੀਂ ਤੇਰੀ ਨੌਕਰੀ ਕਰਨੀ, ਅਸੀਂ ਨਹੀਂ ਤੇਰੀ ਟਹਿਲ ਕਰਨੀ। ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪ੍ਰਤੱਖ ਪਰਮੇਸ਼ਰ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਬਾਗ ਵਿੱਚ ਆ ਕਰਕੇ ਉਹਨਾਂ ਨੇ ਭਾਗ ਲਾਏ ਹੈ। ਤੇ ਫਿਰ ਬੜੇ ਪ੍ਰੇਮ ਤੇ ਸ਼ਰਧਾ ਧਾਰਨ ਕਰਕੇ ਰਾਜਾ ਸ਼ਿਵਨਾਭ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਾ ਸੀ। ਹਜੂਰ ਨੇ ਮੰਦੀ ਭਾਵਨਾ ਮਨ ਦੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਪਦੇਸ਼ ਦੇ ਕਰਕੇ ਮੇਟ ਦਿੱਤੀ। ਇਹ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਪ੍ਰਤੱਖ ਸਰੂਪ ਹੈ। ਫਿਰ ਪ੍ਰਗਿਆ, ਪ੍ਰਗਿਆ ਕਹਿੰਦੇ ਨੇ ਬੁੱਧੀ ਨੂੰ। ਤੀਜਾ ਇਹ ਪ੍ਰਗਿਆ ਹੈ। ਇਹਦੇ ਬਾਬਤ ਸਾਧ ਸੰਗਤ ਜੀ ਵਿਚਾਰ ਕੀਤੀ ਜਾਵੇ ਤੇ ਸ਼੍ਰੀ ਰਾਮਚੰਦਰ ਜੀ ਨੇ ਵਸ਼ਿਸ਼ਟ ਮੁਨੀ ਜੀ ਨੂੰ, ਸਾਧ ਸੰਗਤ ਜੀ ਜੋ ਰਿਖੀ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ, ਵਸ਼ਿਸ਼ਟ ਪੁਰਾਣ ਬ੍ਰਹਮ ਵਿਦਿਆ ਜ਼ਿਕਰ ਆਉਂਦਾ ਕਿ 64 ਦਿਨਾਂ ਦੇ ਵਿੱਚ ਪੜ੍ਹਨਾ ਕੀਤੀ ਸੀ। 64 ਦਿਨਾਂ ਦੇ ਵਿੱਚ ਤੇ ਵਿਸ਼ਵਾਮਿੱਤਰ ਜੀ ਨੂੰ ਗੁਰੂ ਧਾਰਨ ਕੀਤਾ ਤੇ ਸ਼ਸਤਰ ਵਿਦਿਆ ਸਾਧ ਸੰਗਤ ਜੀ 6 ਦਿਨਾਂ ਦੇ ਵਿੱਚ ਪ੍ਰਾਪਤ ਕੀਤੀ ਸੀ। ਔਰ ਇਸੇ ਤਰ੍ਹਾਂ ਜੋ ਸ਼੍ਰੀ ਕ੍ਰਿਸ਼ਨ ਜੀ ਦੇ ਬਾਬਤ ਜੇਕਰ ਆਉਂਦਾ, ਸੰਦੀਪਨ ਜੀ ਨੂੰ ਗੁਰੂ ਧਾਰਨ ਕੀਤਾ ਤੇ ਸਾਧ ਸੰਗਤ ਜੀ 64 ਦਿਨਾਂ ਦੇ ਅੰਦਰ ਅੰਦਰ ਸਾਧ ਸੰਗਤ ਇਹਨਾਂ ਨੇ ਸ਼ਸਤਰ ਵਿਦਿਆ ਨੂੰ ਬਹੁਤ ਪੂਰੀ ਨਿਪੁੰਨਤਾ ਦੇ ਨਾਲ ਪ੍ਰਾਪਤ ਕਰਨਾ ਕੀਤਾ ਸੀ। ਔਰ ਇਸੇ ਤਰ੍ਹਾਂ ਇਸ ਬਾਬਤ ਇਹ ਜੇਕਰ ਆਉਂਦਾ ਹੈ ਸਾਧ ਸੰਗਤ ਜੀ, ਜੋ ਕ੍ਰਿਸ਼ਨ ਜੀ ਨੇ ਸਾਧ ਸੰਗਤ ਜੀ 6 ਦਿਨਾਂ ਦੇ ਅੰਦਰ ਅੰਦਰ ਜਿਹੜੀ ਬ੍ਰਹਮ ਵਿਦਿਆ ਨੂੰ ਸਿੱਖਣਾ ਕੀਤਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਪ੍ਰਗਿਆ ਦੇ ਬਾਬਤ ਦੇ ਕੁਝ ਕਥਨ ਕੀਤਾ ਹੀ ਨਹੀਂ ਜਾ ਸਕਦਾ। ਜਦੋਂ 4 ਕੁ ਸਾਲ ਦੀ ਉਮਰ ਹੈ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੂੰ ਪਾਂਧੇ ਦੇ ਕੋਲ ਪੜ੍ਹਨ ਦੇ ਵਾਸਤੇ ਬਾਬਾ ਕਲਿਆਣ ਚੰਦ ਲਿਆ ਕਰਕੇ ਗਏ ਨੇ। ਐਸੇ ਮਰਜ਼ਾਦਾ ਪੁਰਸ਼ੋਤਮ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸਤਿਗੁਰੂ ਜੀ ਨੇ ਜਦੋਂ ਬਾਬਾ ਕਲਿਆਣ ਚੰਦ ਜੀ ਲੈ ਕਰਕੇ ਗਏ ਨੇ ਤੇ ਪਿਤਾ ਜੀ ਦੀ ਸਾਧ ਸੰਗਤ ਜੀ ਆਗਿਆ ਨੂੰ, ਬਚਨਾਂ ਨੂੰ ਸਤ ਕਰਕੇ ਮੰਨਿਆ। ਭਾਵੇਂ ਕਿ ਵਾਸਤਵ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਜਾਣਦੇ ਨੇ, ਕਿਉਂਕਿ ਪਰਮੇਸ਼ਰ ਸਰੂਪ ਹਨ। ਸਭ ਵਿਦਿਆ ਮਹਾਰਾਜ ਸੱਚੇ ਪਾਤਸ਼ਾਹ ਤੋਂ ਕੋਈ ਲੁਕੀਆਂ ਛਿਪੀਆਂ ਨਹੀਂ ਹੈ। ਪਰ ਸਾਧ ਸੰਗਤ ਜੀ ਪਿਤਾ ਜੀ ਦਾ ਬਚਨ ਸਿਰ ਮੱਥੇ ਮੰਨਿਆ ਤੇ ਪਾਂਧੇ ਕੋਲ ਪੜ੍ਹਨ ਦੇ ਵਾਸਤੇ ਗਏ ਹਨ। ਪਹਿਲੇ ਦਿਨ ਤਾਂ ਪਿੱਛੇ ਪਿੱਛੇ ਪੜ੍ਹਦੇ ਰਹੇ ਜਿਵੇਂ ਪਾਂਧੇ ਨੇ ਪੜ੍ਹਾਇਆ, ਤੇ ਸਾਧ ਸੰਗਤ ਜੀ ਦੂਜੇ ਦਿਨ ਚੁੱਪਤਾ ਧਾਰਨ ਕਰਕੇ ਰੱਖੀ। ਜਦੋਂ ਪਾਂਧੇ ਨੇ ਕਿਹਾ ਕਿ ਹੇ ਨਾਨਕ, ਜਿਵੇਂ ਦੂਜੇ ਨਾਲ ਦੇ ਤੁਹਾਡੇ ਬੱਚੇ ਪੜ੍ਹਦੇ ਆ, ਤੁਸੀਂ ਵੀ ਕਿਉਂ ਨਹੀਂ ਪੜ੍ਹਦੇ? ਫਿਰ ਤੁਹਾਨੂੰ ਇਹ ਸਾਰਾ ਕਾਰ ਵਿਹਾਰ ਦਾ ਲੇਖੇ ਜੋਖੇ ਦਾ ਕਿਵੇਂ ਲਿਖ ਪੜ੍ਹ ਦਾ ਕੰਮ ਆਵੇਗਾ ਜੇ ਪੜ੍ਹਿਆ ਹੀ ਨਾ ਤਾਂ? ਚੁੱਪਤਾ ਕਿਉਂ ਧਾਰਨ ਕੀਤੀ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਹਲੇਮੀ ਦੇ ਨਾਲ ਬਚਨ ਕੀਤੇ, ਕਹਿਣ ਲੱਗੇ, ਹੇ ਪਾਂਧਾ ਜੀ, ਇਹ ਜਿਹੜੀ ਵਿਦਿਆ ਤੁਸੀਂ ਮੈਨੂੰ ਪੜ੍ਹਾਉਂਦੇ ਪਏ ਹੋ ਨਾ, ਇਹ ਵਿਦਿਆ ਪੜ੍ਹਨ ਦੇ ਨਾਲ ਸੰਸਾਰ ਦੇ ਜੰਜਾਲ ਪੈਂਦੇ ਹੈ, ਤੇ ਸੰਸਾਰ ਦੇ ਜੰਜਾਲਾਂ ਤੋਂ ਛੁੱਟਣ ਵਾਲੀ ਵਿਦਿਆ ਨਹੀਂ ਤੁਸੀਂ ਪੜ੍ਹਾ ਸਕਦੇ। ਮੈਨੂੰ ਉਹ ਵਿਦਿਆ ਪੜ੍ਹਾਓ ਸਾਂ ਜਿਹਦੇ ਕਰਕੇ ਜਗਤ ਦੇ ਜੰਜਾਲ ਟੁੱਟ ਜਾਣ। ਤੇ ਪਾਂਧਾ ਸਾਧ ਸੰਗਤ ਜੀ ਇਤਿਹਾਸ ਕਹਿੰਦਾ ਕਿ ਬੜਾ ਹੈਰਾਨ ਹੋ ਕਰਕੇ ਕਹਿਣ ਲੱਗੇ ਕਿ ਹੇ ਨਾਨਕ ਜੀ, ਉਹ ਵਿਦਿਆ ਤਾਂ ਮੈਨੂੰ ਆਉਂਦੀ ਨਹੀਂ ਹੈ ਜਿਹੜੀ ਵਿਦਿਆ ਦੀ ਤੁਸੀਂ ਗੱਲ ਕਰਦੇ ਪਏ ਹੋ। ਮੈਨੂੰ ਤਾਂ ਇਹੀ ਦੁਨਿਆਵੀ ਵਿਦਿਆ ਆਉਂਦੀ ਹੈ, ਤੁਹਾਨੂੰ ਆਉਂਦੀ ਹੈ ਤੇ ਮੈਨੂੰ ਪੜ੍ਹਾ ਦੇਵੋ, ਮੈਨੂੰ ਪ੍ਰਤੱਖ ਦੱਸੋ।
ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਧ ਸੰਗਤ ਸ਼ਬਦ ਉਚਾਰਨ ਕੀਤਾ ਹੈ। ਗੁਰਬਾਣੀ ਦੇ ਅੰਦਰ ਦਰਜ ਹੈ, ਜਾਲ ਮੋਹ ਕਾਸ ਮਸ ਕਰ ਮਤ ਕਾਗਦ ਕਰ ਸਾਰ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ੍ਰੀ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤਾ ਹੋਇਆ ਹੈ। ਔਰ ਸਾਧ ਸੰਗਤ ਪਾਂਦੇ ਦੇ ਤਾਈਂ ਉਪਦੇਸ਼ ਦੇ ਕਰਕੇ ਨਿਹਾਲ ਕੀਤਾ ਹੈ। ਜਦੋਂ ਤੀਜੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੇ ਫੇਰ ਪਿਤਾ ਬਾਬਾ ਕਲਿਆਣ ਚੰਦ ਜੀ ਲੈ ਕੇ ਗਏ ਤੇ ਕਹਿਣ ਲੱਗੇ, ਪਾਂਦਾ ਜੀ ਇਹਨਾਂ ਨੂੰ ਪੜ੍ਹਾਉਂਦੇ ਕਿਉਂ ਨਹੀਂ ਤੁਸੀਂ, ਇਹ ਚੁੱਪਤਾ ਧਾਰਨ ਕਰਕੇ ਕਿਉਂ ਰੱਖਦੇ ਐ। ਤੇ ਦੋਵੇਂ ਹੱਥ ਜੋੜ ਕੇ ਬਾਬਾ ਕਲਿਆਣ ਚੰਦ ਜੀ ਨੂੰ ਪਾਂਦਾ ਜੀ ਨੇ ਕਿਹਾ ਕਿ ਇਹ ਬਾਬਾ ਕਲਿਆਣ ਚੰਦ ਜੀ, ਇਹ ਤੁਹਾਡੇ ਪੁੱਤਰ ਕੋਈ ਆਮ ਸਧਾਰਨ ਬਾਲਕ ਨਹੀਂ ਹੈ, ਇਹ ਅਵਤਾਰੀ ਪੁਰਖ ਹਨ। ਇਹਨਾਂ ਨੂੰ ਸਧਾਰਨ ਬਾਲਕ ਨਾ ਜਾਣਨਾ ਕਰੋ, ਇਹ ਤਾਂ ਬਿਨਾਂ ਪੜ੍ਹਾਏ ਹੀ ਪੜ੍ਹੇ ਹੋਏ ਆਏ। ਇਹਨਾਂ ਨੇ ਤਾਂ ਸਾਨੂੰ ਇਹ ਸੰਸਾਰ ਦੇ ਜੋ ਫਾਹਾ ਜਗਤ ਦੇ ਜੰਜਾਲਾਂ ਟੁੱਟਣ ਦੇ ਵਾਸਤੇ ਵਿਦਿਆ ਪੜ੍ਹਾਵਣਾ ਕੀਤੀ ਹੈ। ਜਦੋਂ ਇਹ ਵਚਨ ਕੀਤਾ ਤੇ ਸਾਧ ਸੰਗਤ ਜੀ, ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਨੂਰਦੀਨ ਸਾਧ ਸੰਗਤ ਮੌਲਵੀ ਦੇ ਕੋਲ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗਏ ਹਨ ਬਾਬਾ ਕਲਿਆਣ ਚੰਦ ਜੀ, ਕਿ ਜਾ ਕਰਕੇ ਉੱਥੇ ਫਾਰਸੀ ਪੜ੍ਹ ਲੈਣਗੇ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਗਏ ਤੇ ਹਜ਼ੂਰ ਨੇ ਪਹਿਲੇ ਦਿਨ ਹੀ ਸਾਧ ਸੰਗਤ ਜੀ ਇਹ ਤਲੰਗ ਰਾਗ ਦਾ ਜੋ ਪਹਿਲਾ ਸ਼ਬਦ ਉਚਾਰਨ ਕੀਤਾ ਹੈ ਨਾ, ਯਕ ਅਰਜ ਗੁਪਤਮ ਪੇਸ ਤੋਂ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਬ ਤੂੰ ਪਿਐਬ ਪਰਬਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜਰਾਈਲ ਗ੍ਰਿਫਤਾ ਹੈ ਦਿਲ ਹੇਜ ਨਾ ਦਾਨੀ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਤਲੰਗ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤਾ ਹੈ ਤੇ ਨੂਰਦੀਨ ਮੌਲਵੀ ਨੂੰ ਵੀ ਸਤਿਗੁਰੂ ਜੀ ਨੇ ਨਿਹਾਲ ਕਰ ਦਿੱਤਾ ਸੀਗਾ। ਜੇ ਸਾਧ ਸੰਗਤ ਜੀ ਪ੍ਰਗਿਆ ਬੁੱਧ ਦੀ ਵਿਚਾਰ ਕਰਦੇ ਹਾਂ ਤੇ ਇਹਦੇ ਸਮਾਨ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਹੋਰ ਸਾਧ ਸੰਗਤ ਜੀ ਅਵਤਾਰਾਂ ਦੀ ਨਹੀਂ ਸਮਾਨਤਾ ਹੁੰਦੀ। ਗਰੀਬ ਨਵਾਜ ਸਤਿਗੁਰੂ ਜੀ ਦੀ ਪ੍ਰਗਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਬੁੱਧ ਹੋਰ ਅਵਤਾਰਾਂ ਦੇ ਨਾਲ ਬਹੁਤ ਵਿਸ਼ਾਲ ਹੈ। ਔਰ ਇਸੇ ਤਰ੍ਹਾਂ ਚੌਥੀ ਪਰਖ ਕੀਤੀ ਜਾਂਦੀ ਹੈ ਸਾਧ ਸੰਗਤ ਜੀ ਕਰਤੱਵਾਂ ਦੀ। ਸ਼੍ਰੀ ਰਾਮਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਕਿਹੜੇ ਕਿਹੜੇ ਕਰਤੱਵ ਕੀਤੇ ਹੈ। ਸਾਧ ਸੰਗਤ ਜੀ 14 ਸਾਲਾਂ ਦਾ ਜਦੋਂ ਬਨਵਾਸ ਮਿਲਿਆ ਨਾ, ਤੇ ਉਸ ਸਮੇਂ ਜੋ ਲక్ష్మణ ਜੀ ਨਾਲ ਗਏ ਹੈ ਤੇ ਸੀਤਾ ਜੀ ਵੀ ਨਾਲ ਚਲੇ ਗਏ। ਤੇ ਸਾਧ ਸੰਗਤ ਜੀ ਐਸੇ ਕਰਤੱਵ ਐਸੇ ਕੌਤਕ ਕੀਤੇ ਹੈ ਕਿ ਜਿਸ ਸਮੇਂ ਜੰਗਲ ਦੇ ਵਿੱਚ ਸਾਧ ਸੰਗਤ ਜੇਕਰ ਆਮਦਾ ਕਿ ਸੋਨੇ ਦਾ ਹਰਨ ਜਦੋਂ ਨਜ਼ਰ ਆਏ ਤੇ ਸੀਤਾ ਜੀ ਨੇ ਕਿਹਾ, ਉਹ ਹਰਨ ਮੈਨੂੰ ਫੜ ਕੇ ਲਿਆ ਕੇ ਦੇਵੋ। ਤੇ ਸ਼੍ਰੀ ਰਾਮਚੰਦਰ ਜੀ ਲੈ ਪਕੜਨ ਦੇ ਵਾਸਤੇ ਹਿਰਨ ਦੇ ਪਿੱਛੇ ਗਏ ਨੇ ਕਿ ਉਹਨੂੰ ਪਕੜ ਕਰਕੇ ਸ਼ਿਕਾਰ ਕਰਕੇ ਲੈ ਕੇ ਆਵਨੇ। ਬੜਾ ਸੁੰਦਰ ਹਿਰਨ ਹੈ, ਸੋਨੇ ਦਾ ਹਿਰਨ ਦੇਖਿਆ ਹੈ। ਤੇ ਉਸ ਸਮੇਂ ਲక్ష్మణ ਨੂੰ ਸਾਧ ਸੰਗਤ ਉੱਥੇ ਛੱਡ ਕਰਕੇ ਗਏ ਸਨ। ਤੇ ਜਦੋਂ ਬਾਰ-ਬਾਰ ਸੀਤਾ ਜੀ ਦੇ ਜਿੱਦ ਕਰਨੇ ਤੇ ਕਿ ਤੁਹਾਡੇ ਭਰਾਤਾ ਔਕੜ ਦੇ ਵਿੱਚ ਹਨ, ਜਾਓ ਉਹਨਾਂ ਦੇ ਜਾ ਕਰਕੇ ਸਹਾਇਤਾ ਕਰੋ। ਜਿੱਦ ਕਰਨੇ ਤੇ ਸਾਧ ਸੰਗਤ ਜੀ ਲక్ష్మణ ਜੀ ਵੀ ਫਿਰ ਪਿੱਛੇ ਚਲੇ ਗਏ ਸਨ। ਫਿਰ ਰਾਵਣ ਸਾਧ ਸੰਗਤ ਜੀ ਉਸ ਸਮੇਂ ਆ ਕੇ ਸੀਤਾ ਜੀ ਨੂੰ ਚੁੱਕ ਕਰਕੇ ਲੈ ਗਿਆ ਸੀਗਾ। ਜੋ ਲక్ష్మణ ਰੇਖਾ ਨੂੰ ਜਦੋਂ ਪਾਰ ਕਰ ਦਿੱਤਾ ਸੀ। ਇਹ ਲੰਮੀ ਵਿਸਥਾਰ ਮੈਂ ਨਾ ਜ਼ਿਆਦਾ ਨਾ ਕਰਾਂ, ਬਹੁਤ ਲੰਮੀ ਇਹ ਸਾਧ ਸੰਗਤ ਜੀ ਸਾਖੀ ਹੈ। ਔਰ ਇਉਂ ਐਸੇ ਕੌਤਕ ਕੀਤੇ ਫਿਰ ਸਾਧ ਸੰਗਤ ਜੀ, ਜੋ ਲੰਕਾ ਦੇ ਵਿੱਚ ਪਹੁੰਚਣ ਦੇ ਵਾਸਤੇ ਰਾਵਣ ਨੂੰ ਮਾਰਨ ਦੇ ਲਈ ਪੱਥਰਾਂ ਦੇ ਉੱਪਰ ਰਾਮ ਦਾ ਨਾਮ ਲਿਖ ਕਰਕੇ ਸ਼੍ਰੀ ਰਾਮਚੰਦਰ ਜੀ ਲੰਕਾ ਦੇ ਵਿੱਚ ਪਹੁੰਚੇ ਸਨ। ਤੇ ਸਾਧ ਸੰਗਤ ਜੀ ਜਦੋਂ ਰਾਵਣ ਨੂੰ ਮਾਰ ਕਰਕੇ ਸੀਤਾ ਨੂੰ ਛੁਡਾ ਕਰਕੇ ਲੈ ਆਏ ਹੈ। ਔਰ ਇਸੇ ਤਰ੍ਹਾਂ ਐਸੇ ਹੋਰ ਜਿਹੜੇ ਕੌਤਕ ਕੀਤੇ ਹੈ। ਤੇ ਕ੍ਰਿਸ਼ਨ ਜੀ ਨੇ ਵੀ ਸਾਧ ਸੰਗਤ ਜੀ ਕਿੰਨੇ ਕਿੰਨੇ ਕੌਤਕ ਕੀਤੇ ਨੇ। ਤੇ ਜਾਦਵਾਂ ਦੀ ਕੁੱਲ ਹੰਕਾਰੀ ਜਾਣ ਕਰਕੇ ਸਾਧ ਸੰਗਤ ਜੀ ਦੁਰਵਾਸਾ ਦੇ ਕੀ ਤੋਂ ਸ਼ਰਾਪ ਦਵਾ ਦਿੱਤਾ ਸੀਗਾ, ਆਪਣੀ ਕੁੱਲ ਸਾਰੇ ਹੀ ਨਾਸ਼ ਕਰ ਦਿੱਤੇ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕਰਤੱਵ ਦੇਖੀਏ। ਗਰੀਬ ਨਵਾਜ ਐਸੇ ਪਰ ਉਪਕਾਰੀ ਸਰਬ ਕਲਾ ਸਮਰੱਥ ਪਰਮੇਸ਼ਰ ਸਰੂਪ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਨ। ਸਾਧ ਸੰਗਤ ਜੀ ਛੋਟੀ ਉਮਰਾਂ ਦੇ ਵਿੱਚ ਹੀ ਖੇਤਾਂ ਵਿੱਚ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਆਰਾਮ ਕਰਦੇ ਹੈ। ਭਾਰੀ ਫਨ ਵਾਲਾ ਫਨੀਅਰ ਸਭ ਆ ਕੇ ਮਹਾਰਾਜ ਸੱਚੇ ਪਾਤਸ਼ਾਹੀ ਤੇ ਛਾਂ ਕਰਦਾ। ਗਰੀਬ ਨਵਾਜ ਸਤਿਗੁਰੂ ਜੀ ਜਿਸ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਆਰਾਮ ਕਰਦੇ ਹੈ, ਧੁੱਪ ਆਉਣੇ ਕਰਕੇ ਸੂਰਜ ਜਦੋਂ ਆਪਣੀ ਦਿਸ਼ਾ ਬਦਲ ਲੈਂਦਾ ਤੇ ਛਾਂ ਵੀ ਸਾਧ ਸੰਗਤ ਜੀ ਆਪਣੀ ਦਿਸ਼ਾ ਬਦਲ ਲੈਂਦੀ ਹੈ। ਪਰ ਜਿਸ ਰੁੱਖ ਦੇ ਹੇਠਾਂ ਮਹਾਰਾਜ ਸੱਚੇ ਪਾਤਸ਼ਾਹ ਆਰਾਮ ਕਰਦੇ, ਉਹ ਛਾਂ ਵੀ ਅਚਲ ਟਿਕ ਜਾਣਾ ਕੀਤੀ।
ਫਿਰ ਸਭ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛਾਂ ਕਰਨੀ। ਗਰੀਬ ਨਵਾਜ ਸਤਿਗੁਰੂ ਜੀ ਨੇ ਛੋਟੀ ਉਮਰਾਂ ਦੇ ਵਿੱਚ ਪਾਂਧਿਆਂ ਨੂੰ ਮੌਲਵੀਆਂ ਨੂੰ ਪੜ੍ਹਾਉਣਾ, ਔਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਸਾਧ ਸੰਗਤ ਜੀ ਸ੍ਰਿਸ਼ਟੀ ਦੇ ਕੋਨੇ-ਕੋਨੇ ਤੇ ਸਿੱਖੀ ਦਾ ਪ੍ਰਚਾਰ ਕਰਨਾ। ਹੋਰ ਕਿਸੇ ਵੀ ਅਵਤਾਰ ਦੇ ਬਾਬਤ ਜ਼ਿਕਰ ਨਹੀਂ ਆਉਂਦਾ ਕਿ ਭਾਰਤ ਵਰਸ਼ ਹਿੰਦੁਸਤਾਨ ਤੋਂ ਬਾਹਰ ਜਾ ਕਰਕੇ ਕਿਤੇ ਉਹਨਾਂ ਨੇ ਪ੍ਰਚਾਰ ਕੀਤਾ ਹੋਵੇ ਆਪਣੇ ਮਤ ਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਨਿਰਮਲ ਪਤ ਜੰਗਤ ਉਜਾਗਰ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਹਨ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਫਿਰ ਸਾਧ ਸੰਗਤ ਜੀ ਭੂਟਾਨ ਦੇਸ਼, ਆਸਾਮ, ਬੰਗਲਾਦੇਸ਼, ਕਿੰਨੇ ਦੂਰ ਦੂਰ ਤੱਕ ਮਹਾਰਾਜ ਸੱਚੇ ਪਾਤਸ਼ਾਹ, ਕਸ਼ਮੀਰ ਦੇ ਇਲਾਕੇ ਤੱਕ ਸਭ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਟਨ ਕੀਤਾ। ਉਸ ਸਮੇਂ ਕੋਈ ਅੱਜ ਵਰਗਾ ਸਾਧਨ ਥੋੜਾ ਸੀਗਾ। ਹਜੂਰ ਨੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਵਿੱਤਰ ਚਰਨਾਂ ਦੇ ਨਾਲ ਹਜੂਰ ਚੱਲ ਕਰਕੇ ਭਾਈ ਬਾਲਾ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸਾਰੀ ਸ੍ਰਿਸ਼ਟੀ ਦਾ ਰਟਨ ਕੀਤਾ। ਫਿਰ ਹਜੂਰ ਦੇ ਐਸੇ ਕਰਤੱਵ ਹਨ, ਕਿਤੇ ਧਰਤੀ ਦੇ ਵਾਂਗ ਮਹਾਰਾਜ ਸੱਚੇ ਪਾਤਸ਼ਾਹ ਸਮੁੰਦਰ ਦੇ ਭਾਈ ਬਾਲਾ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਤੁਰੇ ਜਾਂਦੇ ਆ। ਔਰ ਹਜੂਰ ਕਿਤੇ ਸਾਧ ਸੰਗਤ ਜੀ ਪੱਥਰ ਦੇ ਵਿੱਚ ਪੰਜਾ ਲਾਇਆ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਉਹ ਪੰਜੇ ਨੂੰ ਸਾਧ ਸੰਗਤ ਜੀ ਕਿੰਨਾ ਯਤਨ ਕੀਤਾ ਗਿਆ ਮਿਟਾਉਣ ਦਾ। ਜਿਹੜੇ ਕੋਈ ਸ਼ੰਕਾਵਾਦੀ ਸਨ, ਪਠਾਨਾਂ ਨੇ ਸਾਧ ਸੰਗਤ ਜੀ ਰਗੜ ਕਰਕੇ ਦੇਖ ਲਿਆ, ਪਰ ਪੰਜਾ ਫੇਰ ਉਹ ਪੱਥਰ ਦੇ ਵਿੱਚ ਉਸੇ ਤਰ੍ਹਾਂ ਉਗੜ ਆਉਂਦਾ ਹੈ। ਅੱਜ ਵੀ ਉਹ ਸਾਧ ਸੰਗਤ ਪਾਵਨ ਅਸਥਾਨ ਤੇ ਸਤਿਗੁਰੂ ਜੀ ਦੀ ਯਾਦਗਾਰ ਉਸੇ ਤਰ੍ਹਾਂ ਅੱਜ ਵੀ ਸੁਸ਼ੋਭਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬੇਅੰਤ ਸਾਧ ਸੰਗਤ ਜੀ ਕੌਤਕ ਕੀਤੇ ਹੈ। ਤੇ ਪੰਜਵਾਂ ਹੈ ਆਯੂ ਉਮਰ ਨੂੰ ਆਖਿਆ ਜਾਂਦਾ, ਅਹੁਦਾ ਨੂੰ। ਤ੍ਰੇਤੇ ਯੁੱਗ ਦੇ ਅਵਤਾਰ ਸ਼੍ਰੀ ਰਾਮਚੰਦਰ ਜੀ ਦੀ 10,000 ਵਰਾ ਸਾਧ ਸੰਗਤ ਜੀ ਉਮਰ ਸੀਗੀ, 10,000 ਵਰਾ। ਤੇ ਇੰਨੀ ਉਮਰ ਦੇ ਵਿੱਚ ਸਾਧ ਸੰਗਤ ਜੀ ਇਹ ਜਿਹੜੇ ਕੌਤਕ ਆਪ ਜੀ ਦੇ ਪਹਿਲਾਂ ਬੇਨਤੀ ਰੂਪ ਦੇ ਵਿੱਚ ਸਾਧ ਸੰਗਤ ਜ਼ਿਕਰ ਕਰ ਦਿੱਤਾ ਹੈ। ਤੇ ਕ੍ਰਿਸ਼ਨ ਜੀ ਦੀ ਸਾਧ ਸੰਗਤ 1,000 ਵਰਾ ਸੀ ਦੁਆਪਰ ਯੁੱਗ ਦੇ ਵਿੱਚ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਕਾਲ ਦੌਰਾਨ ਲਗਭਗ 70 ਸਾਲ ਮਹਾਰਾਜ ਸੱਚੇ ਪਾਤਸ਼ਾਹ ਦੀ ਆਰਜ਼ੂ ਹੋਈ ਹੈ। ਫਿਰ ਹਜੂਰ ਨੇ ਸੱਚਖੰਡ ਗਮਨ ਕੀਤਾ। ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਇੰਨੀਆਂ ਸ਼ਕਤੀਆਂ ਨੂੰ ਧਾਰਨ ਕਰਨਾ, ਇੰਨੇ ਕੌਤਕ ਕਰਨੇ, ਇੰਨੇ ਜੀਵਾਂ ਦਾ ਉਧਾਰ ਕਰਨਾ ਹੋਰ ਕਿਸੇ ਅਵਤਾਰ ਦੇ ਹਿੱਸੇ ਨਹੀਂ ਆਇਆ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਤਾਰੇ ਗਿਨੇ ਜਾਤ ਨਾ ਤਾਰੇ ਗਿਨਾਤ ਹੈ। ਆਕਾਸ਼ ਦੇ ਵਿੱਚ ਤਾਰਿਆਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ। ਕਹਿੰਦਾ ਕੋਈ ਤਾਰਿਆਂ ਦੀ ਗਿਣਤੀ ਕਰ ਲਵੇ ਤਾਂ ਕਰ ਲਵੇ, ਪਰ ਜੋ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਾਂ ਨੂੰ ਤਾਰਿਆ ਨਾ, ਭਵ ਸਾਗਰ ਤੋਂ ਉਹਨਾਂ ਨੂੰ ਨਹੀਂ ਗਿਣਿਆ ਜਾ ਸਕਦਾ। ਬੇਅੰਤ ਜੀਵਾਂ ਦਾ ਉਧਾਰ ਕੀਤਾ ਹੈ। ਫਿਰ ਸਭ ਦੇ ਸਾਂਝੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਹਨ। ਇਹ ਸਾਧ ਸੰਗਤ ਜੀ ਸ਼ਕਤੀ, ਵਿਅਕਤੀ, ਪ੍ਰਗਿਆ, ਕਰਤੱਵ ਤੇ ਆਯੂ, ਇਹ 5 ਤਰ੍ਹਾਂ ਕਰਕੇ ਅਵਤਾਰ, ਪੂਰਨ ਅਵਤਾਰ ਦੀ ਪਰਖ ਕੀਤੀ ਜਾਂਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਵਿੱਚ ਰਤਾ ਭਰ ਵੀ ਕਿਸੇ ਪ੍ਰਕਾਰ ਦੀ ਕੋਈ ਊਣਤਾਈ ਨਹੀਂ ਹੈ ਹੋਰ ਅਵਤਾਰਾਂ ਦੇ ਨਾਲੋਂ। ਮਹਾਰਾਜ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਉਹਨਾਂ ਨਾਲੋਂ ਵੱਧ ਕਰਕੇ ਹੈ। ਹਜੂਰ ਦੀ ਬੁੱਧੀ ਵੀ ਐਸੀ ਵਿਸ਼ਾਲ ਜੀ ਦੇ ਔਰਾਰ ਪਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਰਤੱਵ ਵੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਬੇਅੰਤ ਹਨ। ਸਰੂਪ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੁੰਦਰ ਧਾਰਨ ਕੀਤਾ ਔਰ ਬੇਅੰਤ ਜੀਵਾਂ ਦਾ ਉਧਾਰ ਕੀਤਾ। ਫਿਰ ਸਾਧ ਸੰਗਤ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਸਵਾਲ ਕੀਤਾ ਕਿ ਇਹ ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਦਾ ਜਿਹੜਾ ਮਤ ਹੈ ਦਵੈਤ ਹੈ ਕਿ ਅਦਵੈਤ ਮਤ ਹੈ ਆਪ ਜੀ ਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਹ ਉਚਾਰਨ ਕੀਤਾ ਕਿ ਸਾਡਾ ਮਤ ਅਦਵੈਤ ਹੈ, ਕਿਸੇ ਪ੍ਰਕਾਰ ਦੀ ਦਵੈਤ ਭਾਵਨਾ ਨਹੀਂ ਸਾਡੇ ਮਤ ਦੇ ਅੰਦਰ। ਜੋ ਸਿੱਖੀ ਦਾ ਨਿਰਮਲ ਪੰਥ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਹੈ, ਇਹ ਅਦਵੈਤ ਸ੍ਰੀ ਗਰੀਬ ਨਵਾਜ ਸਤਿਗੁਰੂ ਜੀ ਨੇ ਮੱਧ ਸੰਸਾਰ ਦੇ ਅੰਦਰ ਚਲਾਇਆ ਹੈ। ਜੋ ਸਿੱਖ ਮਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਲਾਵਣਾ ਕੀਤਾ ਹੈ। ਫਿਰ ਸਾਧ ਸੰਗਤ ਜੀ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਤੇ ਸ਼ੰਕਾ ਕੀਤਾ ਜਾਂਦਾ ਹੈ ਕਿ ਮਹਾਰਾਜ ਆਪ ਜੀ ਦੀ ਬਾਣੀ ਵੇਦਾਂ ਅਨੁਸਾਰ ਹੈ ਕਿ ਵੇਦਾਂ ਦੇ ਉਲਟ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਨਾ ਵੇਦਾਂ ਅਨੁਸਾਰ ਹੈ ਤੇ ਨਾ ਵੇਦਾਂ ਦੇ ਉਲਟ ਹੈ। ਕਹਿੰਦੇ ਇਹ ਅਕਾਲ ਪੁਰਖ ਪਰਮੇਸ਼ਰ ਦੀ ਰੱਬੀ ਬਾਣੀ, ਇਹ ਸੁਤੰਤਰ ਬਾਣੀ ਹੈ।
ਤੇ ਫਿਰ ਸ਼ੰਕਾ ਕਰਦੇ ਆ, ਕਹਿੰਦੇ ਹਨ ਇਹ ਕਿਵੇਂ ਹੋ ਸਕਦਾ ਹੈ? ਜੇ ਵੇਦਾਂ ਦੇ ਅਨੁਸਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਬਾਣੀ ਨਹੀਂ ਹੈ ਤੇ ਉਹਨਾਂ ਦੇ ਉਲਟ ਵੀ ਨਹੀਂ ਹੈ, ਤੇ ਫਿਰ ਕਿਵੇਂ ਹੋ ਸਕਦਾ ਹੈ? ਤੇ ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨ ਹਨ। ਹਜੂਰ ਦੇ ਬਚਨ ਆਉਂਦੇ ਆ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਧੇ ਪਾਣੀ ਨਾਹੀ? ਜੈਸੇ ਧਰਤੀ ਮਧੇ ਪਾਣੀ ਪ੍ਰਗਾਸਿਆ, ਵਿਣ ਪੱਗਾ ਬਰਸਤ ਫਿਰਾਹੀ। ਕਹਿੰਦੇ ਹਨ ਕਿ ਧਰਤੀ ਦੇ ਹੇਠਾਂ ਪਾਣੀ ਹੀ ਪਾਣੀ ਹੈ, ਤੇ ਫਿਰ ਆਕਾਸ਼ ਦੇ ਵਿੱਚੋਂ ਵਰਖਾ ਹੋਣ ਦੀ ਕੀ ਲੋੜ ਹੈ? ਜੇ ਧਰਤੀ ਦੇ ਹੇਠਾਂ ਪਾਣੀ ਹੈ ਤੇ ਫਿਰ ਆਕਾਸ਼ ਦੀ ਵਰਖਾ ਦੀ ਭਲਾ ਕੀ ਲੋੜ ਹੈ? ਪਰ ਲੋੜ ਹੈ। ਉਹ ਕਿਉਂ? ਕਿਉਂਕਿ ਧਰਤੀ ਦੇ ਹੇਠਲਾ ਜਿਹੜਾ ਪਾਣੀ ਹੈ ਨਾ, ਉਹ ਸਾਧ ਸੰਗਤ ਜੀ ਮਸ਼ੱਕਤ ਘਾਲ ਕੇ, ਘਾਲਣਾ ਘਾਲ ਕੇ ਧਰਤੀ ਦੇ ਹੇਠਾਂ ਤਾਂ ਜ਼ਮੀਨ ਦੇ ਉੱਪਰ ਸਾਧ ਸੰਗਤ ਜੀ ਪਾਣੀ ਪ੍ਰਗਟ ਕੀਤਾ ਜਾਂਦਾ ਹੈ। ਫਿਰ 2 4 5 7 ਸਿਆੜਾਂ ਨੂੰ ਉਹ ਸਿੰਜ ਦੇਵੇਗਾ। ਸਾਰੀ ਧਰਤੀ ਦੀ ਬਨਸਪਤ ਨੂੰ ਤਾਂ ਨਹੀਂ ਨਾ ਉਹ ਸਿੰਜ ਸਕਦਾ, ਹਰਿਆਵਲਤਾ ਸਿੱਧ ਕਰ ਸਕਦਾ। ਉਹ ਤਾਂ ਧਰਤੀ ਦੇ ਹੇਠਾਂ ਪਾਣੀ ਜਿਹੜਾ ਹੈ ਸਾਧ ਸੰਗਤ ਜੀ ਕੇਵਲ ਥੋੜੀ ਕੁ ਧਰਤੀ ਦੇ ਤੱਕ, ਕੇਵਲ ਥੋੜੀ ਸੀਮਾ ਦੇ ਤੱਕ ਸੀਮਿਤ ਰਹਿੰਦਾ ਹੈ। ਫਿਰ ਸਾਧ ਸੰਗਤ ਜੀ ਪੁਰਾਣੇ ਮਤ ਅਨੁਸਾਰ ਜਿਹੜਾ ਪਾਣੀ ਦੇ ਉੱਪਰ ਸਾਧ ਸੰਗਤ ਜੀ ਜਿਹੜੇ ਕੋਈ ਸ਼ੂਦਰ ਤੇ ਵੈਦ ਸਨ, ਜਿਹੜੇ ਕੋਈ ਬ੍ਰਾਹਮਣ ਲੋਕ ਹੋਇਆ ਕਰਦੇ, ਉਹਨਾਂ ਨੂੰ ਸਾਧ ਸੰਗਤ ਜੀ ਆਪਣੇ ਨੇੜੇ ਟੁਕਣ ਨਹੀਂ ਦਿੰਦੇ ਸਨ, ਸ਼ੂਦਰ ਜਾਣ ਕਰਕੇ। ਕਿ ਨਾ ਤਾਂ ਸਾਧ ਸੰਗਤ ਜੀ ਜੋ ਖੂਹਾਂ ਦੇ ਉੱਪਰ ਪਾਣੀ ਭਰਨ ਵਾਸਤੇ ਦਿੰਦੇ ਸਨ ਕਿ ਸਾਰਾ ਪਾਣੀ ਪਿੱਟਿਆ ਜਾਵੇਗਾ, ਸਾਡੇ ਪੀਣ ਦੇ ਯੋਗ ਨਹੀਂ ਹੋਵੇਗਾ। ਇਉਂ ਸਾਧ ਸੰਗਤ ਜੀ ਜਿਹੜੀ ਵੇਦਾਂ ਦੀ ਬਾਣੀ ਹੈ ਨਾ, ਵੇਦਾਂ ਦਾ ਜਿਹੜਾ ਪਾਠ ਕਰਨਾ ਹੈ, ਵੇਦਾਂ ਦੀ ਬਾਣੀ, ਵੇਦਾਂ ਦੇ ਵਿਚਾਰ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਹਨ ਧਰਤੀ ਦੇ ਹੇਠਾਂ ਪਾਣੀ ਕੱਢਣ ਦੀ ਤਰ੍ਹਾਂ ਹੈ। ਪਹਿਲਾਂ ਸ਼ੇਖ ਜਿਹੜੇ 6 ਸਾਲ ਪਹਿਲਾਂ 12 ਸਾਲ 6 ਸਿਆਂਕ ਪੜ੍ਹਨੇ ਪੈਂਦੇ ਹੈ। ਫਿਰ ਜਦੋਂ 12 ਸਾਲ ਮਨੁੱਖ ਸਿਆਂਕ ਪੜ੍ਹ ਲੈਂਦਾ ਹੈ, ਫਿਰ ਸਾਧ ਸੰਗਤ ਜੀ ਵੇਦਾਂ ਦਾ ਗਿਆਨ ਪਾਉਣੇ ਦੇ ਯੋਗ ਹੁੰਦਾ ਹੈ। ਫਿਰ 12 ਸਾਲ ਹੋਰ ਉਹਨਾਂ ਦਾ ਸਾਧ ਸੰਗਤ ਜੀ ਗਿਆਨ ਪਾਠ ਪੜ੍ਹਨਾ ਪੈਂਦਾ ਤੇ 24 ਸਾਲ ਲੰਘ ਜਾਂਦੇ ਹੈ। ਜੇ ਚੰਗੀ ਬੁੱਧ ਹੋਵੇ ਤੇ ਤਾਂ ਵੇਦਾਂ ਦਾ ਗਿਆਨ ਮਿਲਦਾ, ਨਹੀਂ ਤੇ ਫਿਰ ਵੀ ਉਸੇ ਤਰ੍ਹਾਂ ਹੀ ਰਹਿ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਅਜਿਹਾ ਨਹੀਂ ਸਾਧ ਸੰਗਤ ਜੀ, ਸਤਿਗੁਰੂ ਜੀ ਬਦਲ ਰੂਪ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਰਖੇ ਹੈ। ਜਿਵੇਂ ਬੱਦਲ ਦੇ ਪਾਣੀ ਤੇ ਕਿਸੇ ਦੀ ਮਾਲਕੀਅਤ ਨਹੀਂ ਨਾ ਹੁੰਦੀ, ਸਭ ਦੇ ਲਈ ਸਾਂਝਾ ਹੁੰਦਾ ਹੈ, ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਐਸੇ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਨ। ਕਿਸੇ ਵੀ ਮਜ਼ਹਬ ਦਾ, ਕਿਸੇ ਜਾਤੀ ਦਾ ਕੰਗਾਲ ਹੋਵੇ, ਧਨ ਵਾਲਾ ਹੋਵੇ, ਜੇ ਭਾਵਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪ ਲਵੇ, ਉਹ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ। ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨ ਪੜ੍ਹਿਆ ਪਰਮ ਗਤ ਪਾਵੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਤ ਹੈ। ਕੋਈ ਵੀ ਪ੍ਰਾਣਾ ਤਾਰੇ ਜੀਵ ਹੋਵੇ, ਕਿਉਂਕਿ ਜਿਹੜੇ ਸਾਧ ਸੰਗਤ ਜੀ ਬੁੱਧੀਮਾਨ ਆ, ਫਿਰ ਤਾਂ ਉਹ ਹੀ ਸੰਸਾਰ ਤੋਂ ਮੁਕਤ ਹੋਵਣਗੇ। 24 ਸਾਲ ਵੇਦਾਂ ਦਾ ਪਾਠ ਪੜ੍ਹ ਕੇ ਗਿਆਨ ਪ੍ਰਾਪਤ ਕਰਕੇ ਤੇ ਬਾਕੀ ਜੀਵਾਂ ਨੇ ਕਿੱਧਰ ਜਾਣਾ? ਉਹਨਾਂ ਦਾ ਭਲਾ ਕਿਵੇਂ ਹੋਣਾ? ਇਸ ਲਈ ਲੋਕਾਈ ਦੇ ਭਲੇ ਹਿਤ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਦੇਣ ਦੇ ਵਾਸਤੇ ਪ੍ਰਗਟ ਹੋਣਾ ਕੀਤਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਮਤ ਅਦਵੈਤ ਹੈ। ਔਰ ਫਿਰ ਸਾਧ ਸੰਗਤ ਜੀ ਹਜੂਰ ਨੇ ਸਭ ਮਤ ਭੇਦਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤਾ ਹੈ। ਜੋ ਕੋਈ ਓਮ, ਕੋਈ ਓੰ ਦਾ ਸਾਧ ਸੰਗਤ ਜੀ ਜਾਪ ਕਰਦਾ ਸੀ, 63 ਪ੍ਰਕਾਰ ਦੇ ਇਹ ਮਤ ਭੇਦ ਸਨ। ਗਰੀਬ ਨਵਾਜ ਸਤਿਗੁਰੂ ਜੀ ਨੇ ਏਕਾ ਲਾ ਕੇ ਸਾਰੇ ਮਤ ਭੇਦ ਖਤਮ ਕਰ ਦਿੱਤੇ ਕਿ ਇੱਕ ਅਕਾਲ ਪੁਰਖ ਪਰਮੇਸ਼ਰ ਹੈ, ਉਹਦੇ ਜੈਸਾ ਹੋਰ ਕੋਈ ਦੂਸਰਾ ਨਹੀਂ ਹੈ। ਤੇ ਸਾਧ ਸੰਗਤ ਜੀ ਜੋ ਕੁਝ ਰਹਿੰਦੇ ਸਵਾਲ ਹੈ ਨਾ, ਨਾਲ ਨਾਲ ਥੋੜ੍ਹਾ ਥੋੜ੍ਹਾ ਸੰਖੇਪ ਰੂਪ ਦੇ ਵਿੱਚ ਅਸੀਂ ਵਿਚਾਰ ਕਰਦੇ ਜਾਵਾਂਗੇ, ਕਿਉਂਕਿ ਜੋ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦੀ ਚਲਾਈ ਹੋਈ ਇਹ ਪ੍ਰਣਾਲੀ ਹੈ। ਸੀਨਾ ਬਸੀਨਾ ਜਿਵੇਂ ਸਾਧ ਸੰਗਤ ਜੀ ਅਰਥ ਪੜ੍ਹਾਏ ਜਾਂਦੇ ਹੈ, ਜਪਜੀ ਸਾਹਿਬ ਦੀ ਕਥਾ ਦੇ ਅਰਥਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕੀਤਾ ਜਾਂਦਾ ਹੈ ਕਿ ਜਿਹੜੇ ਕੋਈ ਸ਼ੰਕਾਵਾਦੀ ਹੈ, ਕੁਝ ਪ੍ਰੇਮੀਆਂ ਵੱਲੋਂ ਸਵਾਲ ਕੀਤੇ ਜਾਂਦੇ, ਉਹਨਾਂ ਦੇ ਜਵਾਬ ਰੂਪ ਦੇ ਵਿੱਚ ਪਹਿਲਾਂ ਇਹ ਵਿਚਾਰ ਹੁੰਦੇ ਹੈ। ਤਾਂ ਇਹ ਸਾਧ ਸੰਗਤ ਜੀ ਬੇਨਤੀ ਕੀਤੀ ਸੀਗੀ
ਤੇ ਆਓ ਹੁਣ ਟੂਕ ਮਾਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਸਤਿਗੁਰੂ ਜੀ ਦੀ ਮੂਲ ਮੰਤਰ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਕਰੀਏ। ਅੱਗੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਸੰਖੇਪ ਰੂਪ ਦੇ ਵਿੱਚ ਨਾਲ ਦੇ ਨਾਲ ਗੁਰਬਾਣੀ ਦੀ ਵਿਚਾਰ ਦੇ ਨਾਲ ਨਾਲ ਸਾਧ ਸੰਗਤ ਜੀ ਜੋ ਜਿਵੇਂ ਜਿਵੇਂ ਕੋਈ ਸਵਾਲ ਕਰਦਾ ਜਾਂ ਜਿਵੇਂ ਸਿੱਧਾ ਨੇ ਸਵਾਲ ਕਰਨੇ ਹੈ ਤਿਵੇਂ ਤਿਵੇਂ ਨਾਲ ਦੇ ਨਾਲ ਵਿਚਾਰ ਕਰਦੇ ਜਾਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਆ, ਪੜੋ ਜੀ। ਇੱਕ ਓੰਕਾਰ। ਹਜੂਰ ਕਹਿੰਦੇ ਇੱਕ ਪਰਮਾਤਮਾ ਦਾ ਜੋ ਸਰੂਪ ਹੈ ਨਾ ਉਹ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ। ਇੱਕ ਅਦਵੈਤ ਸਰੂਪ ਹੈ ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਈਰਖਾ ਨਹੀਂ ਹੈ। ਸਾਰੀ ਸ੍ਰਿਸ਼ਟੀ ਨੂੰ ਆਪ ਹੀ ਪਰਮੇਸ਼ਰ ਨੇ ਪੈਦਾ ਕੀਤਾ। ਜਗਤ ਨੂੰ ਬਾਲਕ ਨੂੰ ਪੈਦਾ ਕਰਨ ਵਾਲਾ ਆਪ ਹੈ ਤੇ ਫਿਰ ਈਰਖਾ ਕਿਹਦੇ ਨਾਲ ਕਰੇਗਾ। ਹਰ ਇੱਕ ਘਟ ਦੇ ਅੰਦਰ ਵਾਹਿਗੁਰੂ ਦਾ ਆਪਣਾ ਸਰੂਪ ਹੈ ਤੇ ਫਿਰ ਈਰਖਾ ਕਿਹਦੇ ਨਾਲ ਕਰੇਗਾ। ਐਸਾ ਸਾਧ ਸੰਗਤ ਜੀ ਅਦਵੈਤ ਪਰਮੇਸ਼ਰ ਦਾ ਸਰੂਪ ਹੈ। ਇੱਕ ਜਾਤੀ ਵਿਜਾਤੀ ਸਵੈਗਤ ਤਿੰਨਾਂ ਭੇਦਾਂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਦੇਸ਼ ਕਾਲ ਵਸਤੂ ਤੋਂ ਰਹਿਤ ਤੋਂ ਪਰਮੇਸ਼ਰ ਦਾ ਰਹਿਤ ਸਰੂਪ ਹੈ। ਜਾਤੀ ਜਿਵੇਂ ਸੰਸਾਰ ਦੇ ਜਿੰਨੇ ਵੀ ਇਹ ਜਾਤੀਆਂ ਨਾ ਵੱਖੋ ਵੱਖਰੀਆਂ ਜਾਤਾਂ ਬਣੀਆਂ ਹੋਈਆਂ ਨੇ, ਪਰਮੇਸ਼ਰ ਕਿਸੇ ਜਾਤ ਦੇ ਵਿੱਚ ਨਹੀਂ ਹੈ। ਫਿਰ ਵਿਜਾਤੀ ਕਹਿੰਦੇ ਨੇ ਸਾਧ ਸੰਗਤ ਜੀ ਜਿਵੇਂ ਕੋਈ ਪਸ਼ੂ ਹਨ ਔਰ ਪਰਿੰਦੇ ਹਨ, ਉਹਨਾਂ ਦੀਆਂ ਵੱਖੋ ਵੱਖਰੀਆਂ ਜਿਹੜੀਆਂ ਵਿਜਾਤਾਂ ਨੇ, ਉਹਨਾਂ ਵਿਜਾਤਾਂ ਦੇ ਵਿੱਚੋਂ ਵੀ ਪਰਮਾਤਮਾ ਦੀ ਕੋਈ ਸਾਧ ਸੰਗਤ ਜੀ ਵਿਜਾਤੀ ਹੈ। ਕਿਸੇ ਪ੍ਰਕਾਰ ਦੀ ਕੋਈ ਪਰਮੇਸ਼ਰ ਦੀ ਵਿਜਾਤੀ ਨਹੀਂ ਹੈ। ਸਵੈਗਤ ਭੇਦ ਹੁੰਦਾ, ਜਿਵੇਂ ਰੁੱਖ ਹੁੰਦਾ ਨਾ ਮੁੱਢ ਤੋਂ ਮੋਟਾ ਹੁੰਦਾ, ਉੱਪਰ ਜਾ ਕੇ ਟਾਹਣੀਆਂ ਤਣਾਵਾਂ ਪੱਤੇ ਫਿਰ ਆਕਾਰ ਪਤਲਾ ਹੋ ਜਾਂਦਾ, ਆਕਾਰ ਦੇ ਵਿੱਚ ਫਰਕ ਪੈ ਜਾਂਦਾ, ਉਹਨੂੰ ਸਵੈਗਤ ਭੇਦ ਆਖਿਆ ਜਾਂਦਾ। ਪਰਮੇਸ਼ਰ ਦਾ ਅਜਿਹਾ ਵੀ ਸਰੂਪ ਨਹੀਂ ਹੈ, ਨਾ ਜਾਤੀ ਹੈ ਨਾ ਵਿਜਾਤੀ ਹੈ ਨਾ ਸਵੈਗਤ ਭੇਦ ਹੈ। ਇਹ ਤਿੰਨਾਂ ਭੇਦਾਂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਤੇ ਫਿਰ ਦੇਸ਼ ਕਾਲ ਵਸਤੂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਇੱਕ ਦੇਸ਼ੀ ਵੀ ਉਹ ਪਰਮਾਤਮਾ ਨਹੀਂ ਹੈ, ਸਰਬ ਦੇਸ਼ੀ ਹੈ, ਸਭ ਦੇਸ਼ਾਂ ਦੇ ਵਿੱਚ ਹੈ। ਇਹ ਥੋੜਾ ਕਿ ਹੁਣ ਇੱਥੇ ਅਸੀਂ ਬੈਠੇ ਹਾਂ ਤੇ ਇੱਥੇ ਹੀ ਪਰਮਾਤਮਾ ਦਾ ਸਰੂਪ ਹੈ। ਜਿੰਨੇ ਵੀ ਸਾਧ ਸੰਗਤ ਜੀ ਵਿਦੇਸ਼ ਹਨ, ਫੋਰਨ ਕੰਟਰੀਆਂ ਨੇ, ਸਭ ਥਾਵਾਂ ਤੇ ਉਹ ਪਰਮਾਤਮਾ ਦਾ ਸਰੂਪ ਵਿਆਪਕ ਹੈ। ਆਕਾਸ਼ ਜਿਵੇਂ ਸਭ ਥਾਵਾਂ ਤੇ ਹੈ ਨਾ, ਆਕਾਸ਼ ਦੀ ਤਰ੍ਹਾਂ ਉਹ ਪਰਮੇਸ਼ਰ ਹਰ ਥਾਂ ਤੇ ਵਿਆਪਕ ਹੈ। ਉਹ ਪਰਮਾਤਮਾ ਸਰਬਦੇਸ਼ੀ ਹੈ। ਫਿਰ ਕਾਲ ਕਹਿੰਦੇ ਨੇ ਸਮੇਂ ਨੂੰ, ਉਹ ਸਮੇਂ ਦੇ ਅਧੀਨ ਵੀ ਨਹੀਂ ਹੈ ਪਰਮਾਤਮਾ। ਕਾਲ ਮੌਤ ਨੂੰ ਵੀ ਆਖਿਆ ਜਾਂਦਾ ਹੈ, ਮੌਤ ਦੇ ਅਧੀਨ ਵੀ ਉਹ ਪਰਮੇਸ਼ਰ ਨਹੀਂ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਖੰਡਾ ਪ੍ਰਿਥ ਮੈਂ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ। ਖੰਡਾ ਨਾਮ ਕਾਲ ਦਾ ਹੈ। ਕਾਲ ਨੂੰ ਜਿਸ ਨੇ ਆਪ ਸਿਰਜਿਆ ਉਹ ਕਾਲ ਦੀ ਲਪੇਟ ਵਿੱਚ ਭਲਾ ਕਿਵੇਂ ਆ ਸਕਦਾ ਹੈ? ਉਹ ਅਕਾਲ ਸਰੂਪ ਹੈ। ਐਸਾ ਇੱਕ ਪਰਮੇਸ਼ਰ ਹੈ। ਦੇਸ਼ ਕਾਲ ਤੇ ਸਾਧ ਸੰਗਤ ਜੀ ਵਸਤੂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਕਿਸੇ ਵਸਤੂ ਰੂਪ ਨਹੀਂ ਹੈ ਪਰਮਾਤਮਾ। ਫਿਰ ਇਹ ਨਹੀਂ ਹੈ ਕਿ ਸਾਧ ਸੰਗਤ ਜੀ ਵਸਤੂ ਜਿਵੇਂ ਇੱਕ ਥਾਂ ਤੇ ਇੱਥੇ ਇੱਟ ਇੱਥੇ ਪਈ ਹੋਵੇ ਤੇ ਦੂਸਰੀ ਥਾਂ ਤੇ ਸਾਧ ਸੰਗਤ ਦੇਖਿਆ ਜਾਵੇ ਨਾ ਹੋਵੇ। ਇੱਕ ਵਸਤੂ ਹੋਰ ਕਿਸੇ ਥਾਂ ਤੇ ਦੇਖੀ ਹੈ, ਉਹਨੂੰ ਹੋਰ ਤੀਜੀ ਚੌਥੀ ਥਾਂ ਤੇ ਨਾ ਦਿਸਦੀ ਹੋਵੇ, ਉਹ ਸਾਧ ਸੰਗਤ ਜੀ ਵਸਤੂ ਹੈ। ਪਰ ਉਹ ਪਰਮੇਸ਼ਰ ਵਸਤੂਵਾਚਕ ਵੀ ਨਹੀਂ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਜੀ ਸਭ ਵਸਤੂਆਂ ਦੇ ਵਿੱਚ ਹੈ। ਚਾਹੇ ਕੋਈ ਜੜ ਹੈ ਚਾਹੇ ਚੇਤਨ ਹੈ, ਸਭ ਜੀਵਾਂ ਦੇ ਅੰਦਰ ਉਹ ਪਰਮਾਤਮਾ ਦਾ ਸਰੂਪ ਹੈ। ਜਿੱਥੇ ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਹੈ, ਦੇਸ਼ ਕਾਲ ਵਸਤੂ ਤੋਂ ਰਹਿਤ ਉਹ ਪਰਮਾਤਮਾ ਦਾ ਸਰੂਪ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਉਹ ਇੱਕੋ ਹੀ ਵੈ, ਉਹਦੇ ਵਰਗਾ ਕੋਈ ਦੂਸਰਾ ਨਹੀਂ। ਜੇ ਦੂਜਾ ਹੁੰਦਾ ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਆ ਜ਼ਰੂਰ ਲਿਖਦੇ। ਕੇਵਲ ਇੱਕੋ ਹੀ ਲਿਖਿਆ, ਏਕਾ ਪਾਇਆ। ਤੇ ਕਹਿੰਦੇ ਹਨ ਉਸ ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਸਰਾ ਨਹੀਂ ਹੈ ਜੋ ਜੀਵਾਂ ਦਾ ਕਰਤਾ ਭਰਤਾ ਤੇ ਹਰਤਾ ਹੋਵੇ, ਜੀਵਾਂ ਨੂੰ ਪੈਦਾ ਕਰਕੇ ਪਰਵਰਿਸ਼ ਪਾਲਣਾ ਕਰਨ ਵਾਲਾ ਹੋਵੇ, ਸਰਬੱਗ ਜੀਵਾਂ ਦੀ ਰੱਖਿਆ ਕਰਨ ਵਾਲਾ ਹੋਵੇ। ਉਹ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ। ਓੰਕਾਰ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ ਕਰ ਰਿਹਾ ਹੈ, ਸਭ ਜੀਵਾਂ ਦੇ ਇੰਦਰੀਆਂ ਨੂੰ ਪ੍ਰਕਾਸ਼ ਕਰ ਰਿਹਾ ਹੈ, ਸਭ ਜੀਵਾਂ ਦੀ ਬੁੱਧੀ ਨੂੰ ਪ੍ਰਕਾਸ਼ ਕਰ ਰਿਹਾ ਹੈ। ਐਸਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਸਾਧ ਸੰਗਤ ਜੀ ਇਹ ਇੱਕ ਓੰਕਾਰ ਦੇ ਜੇਕਰ ਅਰਥ ਕਰੀਏ ਤੇ ਸਾਧ ਸੰਗਤ ਜੀ ਜੋ ਅਰਥਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਇੰਨੇ ਬੇਅੰਤ ਅਰਥ ਹਨ ਮਹਾਰਾਜ ਸੱਚੇ ਪਾਤਸ਼ਾਹ ਦੀ ਅਗਾਧ ਬੋਧ ਪਵਿੱਤਰ ਬਾਣੀ ਦੇ, ਜੋ ਵਿਦਿਆ ਮਾਰਤੰਡ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਤੋਂ ਭਿੰਡਰਾਂ ਸਾਧ ਸੰਗਤ ਜੀ ਟਕਸਾਲ ਭਿੰਡਰਾਂ ਵਾਲੇ ਨਾਮ ਪ੍ਰਚਲਿਤ ਹੋਇਆ। ਭਿੰਡਰ ਕਲਾਂ ਮਹਾਂਪੁਰਖਾਂ ਦਾ ਨਗਰ ਸੀਗਾ। ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ। ਸਤਿਨਾਮ। ਫਿਰ ਸਤ ਸਦੀਵੀ ਕਾਲ ਵਾਸਤੇ ਜੋ ਸੱਚਾ ਹੈ, ਤ੍ਰੈ ਕਾਲ ਬਾਅਦ ਉਹ ਪਰਮਾਤਮਾ ਦਾ ਸਰੂਪ ਸੱਚਾ ਹੈ। ਭੂਤ ਭਵਿੱਖ ਵਰਤਮਾਨ ਤਿੰਨਾਂ ਸਮਿਆਂ ਅੰਦਰ ਸੱਚਾ ਪਰਮੇਸ਼ਰ ਦਾ ਸਰੂਪ ਹੈ। ਐਸਾ ਉਹ ਵਾਹਿਗੁਰੂ ਇੱਕ ਹੈ। ਸਾਧ ਸੰਗਤ ਜੀ, ਨਾ ਰਜੋ ਗੁਣੀ ਹੈ, ਨਾ ਤਮੋ ਗੁਣੀ ਹੈ, ਨਾ ਸਤੋ ਗੁਣੀ ਹੈ। ਰਾਜਸੀ, ਤਾਮਸੀ, ਸਾਂਦਕੀ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਪਰਮੇਸ਼ਰ ਨੇ ਪੈਦਾ ਕੀਤੀ ਹੈ। ਨਾ ਰਾਜਸੀ ਹੈ, ਨਾ ਤਾਮਸੀ ਹੈ, ਤੇ ਨਾ ਹੀ ਸਾਂਦਕੀ ਸੁਭਾਅ ਵਾਲਾ ਹੈ। ਉਹ ਪਰਮੇਸ਼ਰ ਇਹ ਤਿੰਨਾਂ ਤੋਂ ਉਪਰਾਮ ਹੈ, ਪਰੇ ਹੈ। ਐਸਾ ਉਹ ਪਰਮਾਤਮਾ ਦਾ ਸਰੂਪ ਹੈ। ਫਿਰ ਹਜੂਰ ਕਹਿੰਦੇ ਨੇ ਸਤ ਨਾਮ। ਉਹ ਸਤ ਤ੍ਰੈ ਕਾਲ ਤਿੰਨਾਂ ਸਮਿਆਂ ਦੇ ਅੰਦਰ ਸੱਚਾ ਵਾਹਿਗੁਰੂ ਦਾ ਸਰੂਪ ਹੈ। ਫਿਰ ਨਾਮ, ਪਰਮੇਸ਼ਰ ਦਾ ਨਾਮ ਵੀ ਸਦੀਵੀ ਕਾਲ ਵਾਸਤੇ ਸੱਚਾ ਹੈ। ਨਾਮ ਇਹਦਾ ਦੂਜਾ ਅਰਥ ਇਹ ਵੀ ਕੀਤਾ ਜਾਂਦਾ ਹੈ, ਨਾਮ ਮੋਹ ਦਾ ਹੈ, ਜਿਹਦੇ ਅੰਦਰ ਮੋਹ ਨਾ ਨਹੀਂ ਹੈ। ਐਸਾ ਪਰਮੇਸ਼ਰ ਦਾ ਸਰੂਪ ਹੈ। ਸਤ ਨਾਮ ਸਦੀਵੀ ਕਾਲ ਵਾਸਤੇ ਵਾਹਿਗੁਰੂ ਜੀ ਦਾ ਸਰੂਪ ਸੱਚਾ ਹੈ। ਕਰਤਾ ਪੁਰਖ। ਕਰਤਾ ਸਾਰੀ ਸ੍ਰਿਸ਼ਟੀ ਦਾ ਕਰਤਾ ਆਪ ਹੈ। ਉਸ ਪਰਮਾਤਮਾ ਜੈਸਾ ਕੋਈ ਕਰਤਾ ਨਹੀਂ, ਕਿਉਂਕਿ ਕਰਤੇ ਜਗਤ ਦੇ ਅੰਦਰ ਵੀ ਬਹੁਤ ਹਨ। ਘੁਮਿਆਰ ਵੀ ਕਰਤਾ ਹੀ ਮੰਨਿਆ ਜਾਂਦਾ। ਭਾਂਡਿਆਂ ਨੂੰ ਬਣਾਉਂਦਾ ਇੱਕੋ ਮਿੱਟੀ ਤੋਂ ਚੱਕ ਤੇ ਚਾੜ ਕਰਕੇ ਛੋਟੇ ਕੋਈ ਵੱਡੇ ਆਕਾਰ ਦੇ ਭਾਂਡੇ ਬਣਾਉਂਦਾ, ਉਹਨੂੰ ਵੀ ਕਰਤਾ ਕਿਹਾ ਜਾਂਦਾ। ਤੇ ਗੜਨਹਾਰਾ ਜਿਹੜਾ ਮੂਰਤੀਆਂ ਦੀ ਸਾਧ ਸੰਗਤ ਦੀ ਬਣਤਰ ਬਣਾਉਂਦਾ, ਉਹਨੂੰ ਵੀ ਕਰਤਾ ਹੀ ਕਿਹਾ ਜਾਂਦਾ। ਫਿਰ ਕੋਈ ਮਸ਼ੀਨਰੀ ਨੂੰ ਬਣਾਉਣ ਵਾਲਾ, ਉਹਨੂੰ ਵੀ ਕਰਤਾ ਕਿਹਾ ਜਾਂਦਾ, ਜਿਹਨੂੰ ਇਸ ਮਨੁੱਖ ਨੇ ਬਣਾਇਆ। ਕੋਈ ਨਵ ਯੰਤਰ ਜਗਤ ਅੰਦਰ ਬਣਾਉਂਦਾ, ਜੀ ਇਹਦਾ ਕਰਤਾ ਇਹ ਮਨੁੱਖ ਹੈ। ਪਰ ਪਰਮੇਸ਼ਰ ਜੈਸਾ ਕਰਤਾ ਕੋਈ ਨਹੀਂ। ਇਹ ਜਿੰਨੇ ਵੀ ਘੁਮਿਆਰ ਦੇ ਬਣਾਏ ਹੋਏ ਭਾਂਡੇ ਨੇ, ਗੜਨਹਾਰੇ ਸਾਧ ਸੰਗਤ ਜੀ ਜੋ ਮੂਰਤੀਆਂ ਬਣਾਉਣ ਵਾਲੇ ਹੈ, ਉਹ ਕਿੰਨਾ ਚਿਰ ਸਾਧ ਸੰਗਤ ਉਹਨਾਂ ਦੇ ਕੋਲ, ਜਿੰਨਾ ਚਿਰ ਉਹਦੀ ਸਾਧ ਸੰਗਤ ਜੀ ਕੋਈ ਖਰੀਦ ਕਰਕੇ ਨਹੀਂ ਉਹਨਾਂ ਨੂੰ ਕੋਈ ਲੈ ਜਾਂਦਾ। ਜਦੋਂ ਕੋਈ ਖਰੀਦ ਕੇ ਲੈ ਜਾਂਦਾ ਤੇ ਕਰਤਾ ਉਹਨਾਂ ਤੋਂ ਦੂਰ ਹੋ ਜਾਂਦਾ ਹੈ। ਪਰ ਪਰਮੇਸ਼ਰ ਅਜਿਹਾ ਕਰਤਾ ਨਹੀਂ ਹੈ। ਉਹ ਸ੍ਰਿਸ਼ਟੀ ਰੂਪ ਸੰਸਾਰ ਦੇ ਜੀਵ ਰੂਪ ਭਾਂਡੇ ਪਰਮੇਸ਼ਰ ਨੇ ਬਣਾਏ ਹੈ, ਤਰ੍ਹਾਂ ਤਰ੍ਹਾਂ ਦੇ, ਕੋਈ ਛੋਟੇ ਕੋਈ ਵੱਡੇ ਆਕਾਰ ਦੇ, ਕੋਈ ਵੱਖੋ ਵੱਖਰੇ ਰੰਗਾਂ ਦੇ ਪਰਮੇਸ਼ਰ ਨੇ ਸਰੀਰ ਰੂਪੀ ਭਾਂਡੇ ਬਣਾਏ ਹੈ। ਪਰ ਦੇਖੋ ਉਹ ਕਰਤਾ ਸੰਸਾਰ ਦੇ ਸਰੀਰਾਂ ਰੂਪੀ ਭਾਂਡੇ ਬਣਾ ਕੇ ਦੇ ਵਿੱਚ ਆਪਣੀ ਜੋਤ ਰੱਖਦਾ, ਆਪ ਪਰਮੇਸ਼ਰ ਵਿੱਚ ਵਿਆਪਕ ਹੁੰਦਾ ਹੀ ਹੈ। ਨਹੀਂ ਤਾਂ ਇਹ ਦੇਹੀ ਨੂੰ ਕਿੱਥੋਂ ਮਾਣ ਮਿਲਣਾ। ਤਾਂ ਹੀ ਪਰਮੇਸ਼ਰ ਨੂੰ ਗਰੀਬ ਨਵਾਜ ਆਖਿਆ ਜਾਂਦਾ ਹੈ, ਜਿਸ ਨੇ ਗਰੀਬੜੀ ਦੇਹੀ ਨੂੰ ਨਵਾਜਿਆ ਹੈ, ਮਾਣ ਦਿਵਾਇਆ ਆਪਣੀ ਜੋਤ ਵਿੱਚ ਰੱਖ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਸ ਲਈ ਉਹ ਪਰਮਾਤਮਾ ਸਭ ਤੋਂ ਸ਼੍ਰੋਮਣੀ ਕਰਤਾ ਹੈ, ਉਹਦੇ ਵਰਗਾ ਕੋਈ ਕਰਤਾ ਨਹੀਂ। ਫਿਰ ਪੁਰਖ ਸਰੂਪ ਵੀ ਪਰਮੇਸ਼ਰ ਆਪ ਹੈ, ਜਿਸ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ। ਉਹ ਪਰਮੇਸ਼ਰ ਆਪ ਹੀ ਮਾਤਾ ਹੈ ਅਤੇ ਆਪ ਹੀ ਪਿਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਪੜ੍ਹਦੇ ਆ ਨਾ, ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰਖੀ, ਤਾ ਤੂੰ ਜਗ ਮਹਿ ਆਇਆ। ਹਰ ਜੋਤ ਰਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਜਿਸ ਪਰਮੇਸ਼ਰ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ, ਉਹ ਪਰਮੇਸ਼ਰ ਆਪ ਹੀ ਮਾਤਾ ਔਰ ਪਿਤਾ ਸਰੂਪ ਹੈ। ਐਸਾ ਪਰਮਾਤਮਾ ਦਾ ਸਰੂਪ ਹੈ। ਇਸ ਲਈ ਕਰਤਾ ਪੁਰਖ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਭੂਮ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਉਹ ਪਰਮੇਸ਼ਰ ਦਾ ਸਰੂਪ ਹੈ। ਉਹ ਵਿਸ਼ੇਸ਼ ਕਰਕੇ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਵਾਲਾ ਰੱਖਿਅਕ ਕਰਤੇ ਵਾਹਿਗੁਰੂ ਦਾ ਸਰੂਪ ਹੈ। ਨਿਰਭਉ ਨਿਰਵੈਰ। ਨਿਰਭੈ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਕਿਸੇ ਪ੍ਰਕਾਰ ਦਾ ਭੈ ਨਹੀਂ ਉਹ ਪਰਮੇਸ਼ਰ ਨੂੰ। ਵੈਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। 7 ਪ੍ਰਕਾਰ ਦਾ ਭੈ ਵਿਦਵਾਨਾਂ ਨੇ ਮੰਨਿਆ ਹੈ। ਜਹ ਭੈ ਪਰਲੋਕ ਭੈ, ਜਨਮ ਵੇਦ ਨਾ ਜਾਤ, ਅੰਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਰ। ਤੇ 8ਵਾਂ ਸਾਧ ਸੰਗਤ ਜੀ ਇਹ ਮੌਰ ਦਾ ਭੈ ਮੰਨਿਆ ਜਾਂਦਾ ਹੈ। ਕਿਸੇ ਪ੍ਰਕਾਰ ਦਾ ਭੈ ਨਹੀਂ ਹੈ ਉਹ ਪਰਮਾਤਮਾ ਨੂੰ। ਭੈ ਤੋਂ ਰਹਿਤ ਉਹ ਪਰਮਾਤਮਾ ਦਾ ਸਰੂਪ ਹੈ। ਨਿਰਵੈਰ
ਫਿਰ ਕਿਸੇ ਪ੍ਰਕਾਰ ਦਾ ਵੈਰ ਵੀ ਨਹੀਂ ਪਰਮੇਸ਼ਰ ਨੂੰ। ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਆਪ ਹੀ ਅਕਾਲ ਪੁਰਖ ਵਾਹਿਗੁਰੂ ਨੇ ਜੋਤ ਜਗਤ ਦੇ ਜੀਵਾਂ ਦਾ ਰੱਖੀ, ਤੇ ਵੈਰ ਕਿਹਦੇ ਨਾਲ ਕਰੇਗਾ? ਕਿਉਂਕਿ ਉਹ ਪਰਮਾਤਮਾ ਦੇ ਵਿੱਚ ਦੁੰਦਵਾਦ ਨਹੀਂ ਹੈ। ਵੈਰ ਉਦੋਂ ਪੈਦਾ ਹੁੰਦਾ ਜਦੋਂ ਦੁੰਦਵਾਦ ਹੋਵੇ, ਭਾਵ ਆਪ ਕੁਝ ਹੋਰ ਸਮਝੇ ਤੇ ਦੂਜੇ ਨੂੰ ਕੁਝ ਹੋਰ ਸਮਝੇ ਕਿ ਉਹ ਹੋਰ ਹੈ ਤੇ ਮੈਂ ਕੁਝ ਹੋਰ ਹਾਂ। ਪਰਮਾਤਮਾ ਵਿੱਚ ਅਜਿਹਾ ਨਹੀਂ ਹੈ। ਇਸ ਲਈ ਨਿਰਵੈਰ, ਉਹ ਪਰਮੇਸ਼ਰ ਵੈਰ ਤੋਂ ਰਹਿਤ ਵਾਹਿਗੁਰੂ ਦਾ ਸਰੂਪ ਹੈ। ਅਕਾਲ ਮੂਰਤ, ਫਿਰ ਕਾਲ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਸਮੇਂ ਦੇ ਵਿੱਚ ਨਹੀਂ ਉਹ ਪਰਮਾਤਮਾ ਦਾ ਸਰੂਪ ਕਿ ਇੰਨਾ ਸਮਾਂ ਜਗਤ ਦੇ ਅੰਦਰ ਰਹੇਗਾ। ਸਾਧ ਸੰਗਤ ਜੀ, ਜਦੋਂ ਸ੍ਰਿਸ਼ਟੀ ਨਹੀਂ ਸੀ, ਪਰਮਾਤਮਾ ਉਦੋਂ ਵੀ ਸੱਚਾ ਸੀਗਾ। ਉਹ ਕਾਲ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਜਗਤ ਦੇ ਅੰਦਰ ਕਾਲ ਦੀ ਇੰਨੀ ਸਾਧ ਸੰਗਤ ਜੀ ਸ਼ਕਤੀ ਹੈ, ਇੰਨੀ ਸਮਰੱਥਾ ਕਾਲ ਨੂੰ ਪਰਮੇਸ਼ਰ ਨੇ ਦਿੱਤੀ ਹੈ। ਕਹਿੰਦੇ ਹਨ, ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਿਡਾਨੀ ਰੇ। ਐਸਾ ਬਲ ਵਾਲਾ ਤੇ ਵੱਡਾ ਕਾਲ ਹੈ, ਇੰਨਾ ਸ਼ਕਤੀ ਵਾਲਾ ਹੈ। ਤੇ ਕੋਈ ਰਾਜਾ ਹੋਵੇ ਪਰਜਾ ਹੋਵੇ, ਇਹ ਨਹੀਂ ਦੇਖਦਾ ਕਿ ਕੰਗਾਲ ਹੈ, ਇਹਨੇ ਜੇ ਸੁਖ ਮੰਨਣੇ ਹੈ ਉਹਨੂੰ ਵੀ ਮਾਰ ਦਿੰਦਾ ਸਮਾਂ ਆਉਣ ਤੇ। ਇਹ ਨਹੀਂ ਦੇਖਦਾ ਕਿ ਰਾਜਾ ਦੀ ਹਕੂਮਤ ਚੱਲਦੀ ਹੈ, ਸਮਾਂ ਆਉਣ ਤੇ ਰਾਜਿਆਂ ਮਹਾਰਾਜਿਆਂ ਨੂੰ ਵੀ ਮਾਰ ਦਿੰਦਾ ਹੈ, ਚੱਕਰਵਰਤੀ ਬਾਦਸ਼ਾਹ ਰਾਜਿਆਂ ਨੂੰ ਵੀ ਮਾਰ ਦਿੰਦਾ ਹੈ। ਐਸਾ ਬਲ ਵਾਲਾ ਇਹ ਕਾਲ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬਚਨ ਕੀਤਾ, ਕਹਿੰਦੇ ਹਨ, ਕੋਈ ਧਨ ਵਾਲਾ ਹੋਵੇ ਚਾਹੇ ਕੰਗਾਲ ਹੋਵੇ, ਸਭ ਨੂੰ ਸਮਾਨ ਜਾਣ ਕਰਕੇ ਮਾਰ ਦਿੰਦੇ, ਪਰ ਪਰਮੇਸ਼ਰ ਕਾਲ ਦੀ ਲਪੇਟ ਵਿੱਚ ਨਹੀਂ ਆਉਂਦਾ। ਉਹ ਅਕਾਲ, ਕਾਲ ਤੋਂ ਰਹਿਤ ਵਾਹਿਗੁਰੂ ਜੀ ਦੀ ਮੂਰਤ ਹਸਤੀ ਹੈ। ਕਾਲ ਤੋਂ ਰਹਿਤ ਅਕਾਲ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੈ। ਅਜੂਨੀ ਸੈਭੰ, ਫਿਰ ਕਿਸੇ ਪ੍ਰਕਾਰ ਦੀ ਜੂਨ ਵਿੱਚ ਆਉਣ ਵਾਲਾ ਨਹੀਂ ਪਰਮਾਤਮਾ। ਜੂਨਾਂ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਹੈ। ਅਜੂਨੀ, ਜੋ 84 ਲੱਖ ਜੂਨਾਂ ਪਰਮੇਸ਼ਰ ਨੇ ਨਾਨਾ ਤਰ੍ਹਾਂ ਦੇ ਰੰਗਾਂ ਦੇ ਜੀਵ ਪੈਦਾ ਕੀਤੇ ਹਨ। ਹਜੂਰ ਕਹਿੰਦੇ ਹਨ, ਉਹ ਜੂਨਾਂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਸੈਭੰ, ਫਿਰ ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਸੁਤੇ ਪ੍ਰਕਾਸ਼ ਸਰੂਪ ਹੈ। ਨਾ ਉਹ ਨਾਦੀ ਔਲਾਦ ਹੈ, ਨਾ ਬਿੰਦੀ ਔਲਾਦ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੁਤੇ ਹੀ ਪ੍ਰਕਾਸ਼ ਸਰੂਪ ਹੈ। ਗੁਰ ਪ੍ਰਸਾਦ, ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਇੱਕ ਰਸ ਰਹਿਣ ਵਾਲਾ ਪਰਮਾਤਮਾ ਦਾ ਸਰੂਪ ਹੈ, ਔਰ ਚੇਤਨ ਰੂਪ ਹੋ ਕੇ ਸਾਰੀ ਸ੍ਰਿਸ਼ਟੀ ਦੇ ਅੰਦਰ ਵਰਤ ਰਿਹਾ ਹੈ। ਸਰਬੱਗ ਜੀਵਾਂ ਦੇ ਅੰਦਰ ਸਾਡੇ ਜੋ ਸਰੀਰ ਜੋ ਚੱਲਦਾ ਹੈ ਨਾ, ਚੇਤਨ ਸ਼ਕਤੀ ਕਰਕੇ ਚੱਲਦਾ ਹੈ। ਖਾਂਦੇ ਪਹਿਨਦੇ ਹਾਂ, ਗੱਲਾਂ ਬਾਤਾਂ ਕਰਦੇ, ਇੱਕ ਥਾਂ ਤੋਂ ਚੱਲ ਕੇ ਦੂਜੀ ਥਾਂ ਤੇ ਜਾਂਦੇ, ਇਹ ਚੇਤਨ ਸ਼ਕਤੀ ਕਰਕੇ ਹੈ, ਪਰਮਾਤਮਾ ਦੀ ਚੇਤਨਤਾ ਕਰਕੇ। ਐਸਾ ਉਹ ਸਾਧ ਸੰਗਤ ਜੀ ਗੁਰ, ਗੋ ਨਾਮ ਹੈ ਗੁਬਾਰ ਦਾ ਤੇ ਰੋ ਨਾਮ ਹੈ ਪ੍ਰਕਾਸ਼ ਕਰਨੇ ਦਾ। ਅਗਿਆਨ ਦਾ ਗਾੜਾ ਹਨੇਰਾ ਦੂਰ ਕਰਕੇ ਤੇ ਰੂਹ ਹਿਰਦੇ ਅੰਦਰ ਪ੍ਰਕਾਸ਼ ਕਰਨਾ, ਉਹ ਪਰਮਾਤਮਾ ਦਾ ਐਸਾ ਪ੍ਰਸਾਦ ਸਰੂਪ ਹੈ, ਆਨੰਦ ਸਰੂਪ ਹੈ। ਐਸਾ ਵਾਹਿਗੁਰੂ ਦਾ ਸੱਚਾ ਸਰੂਪ ਹੈ, ਗਿਆਨ ਸਰੂਪ ਹੈ ਉਹ ਪਰਮੇਸ਼ਰ ਦਾ। ਸਾਧ ਸੰਗਤ ਜੀ, ਪ੍ਰਸਾਦ ਕਿਰਪਾ ਨੂੰ ਵੀ ਕਿਹਾ ਜਾਂਦਾ ਹੈ। ਕਹਿੰਦੇ ਗੁਰਾਂ ਦੀ ਕਿਰਪਾ ਦੁਆਰਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ। ਜਪ, ਜਪ ਸਾਧ ਸੰਗਤ ਜੀ ਬਾਣੀ ਦਾ ਨਾਮ ਵੀ ਹੈ। ਜਪ ਜਪਣੇ ਯੋਗ ਹੈ। ਅਸਲ ਦੇ ਵਿੱਚ ਜੋ ਜਪਜੀ ਸਾਹਿਬ ਅਸੀਂ ਆਖਦੇ ਹਾਂ, ਇਹ ਬਾਣੀ ਦਾ ਨਾਮ ਜਪ ਸਾਹਿਬ ਹੈ। ਜਪ ਸਾਹਿਬ ਤੇ ਜੀ ਸਤਿਕਾਰ ਦਾ ਵਾਚਕ ਹੈ। ਸਤਿਕਾਰ ਦੇ ਨਾਲ ਜਪ ਜੀ ਸਾਹਿਬ ਕਿਹਾ ਜਾਂਦਾ ਹੈ। ਉਵੇਂ ਇਸ ਪਵਿੱਤਰ ਬਾਣੀ ਦਾ ਨਾਮ ਜਪ ਸਾਹਿਬ ਹੈ। ਨਿਤਨੇਮ ਦੀ ਦੂਜੀ ਬਾਣੀ ਦਾ ਨਾਮ ਜਿਵੇਂ ਜਾਪ ਸਾਹਿਬ ਹੈ ਨਾ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਾਪ ਸਾਹਿਬ ਅਸੀਂ ਰੋਜ਼ ਨਿਤਨੇਮ ਕਰਦੇ ਹਾਂ। ਫਿਰ ਤਵੈ ਪ੍ਰਸਾਦ ਸਵਈਏ ਚੌਪਈ ਸਾਹਿਬ ਬਾਣੀ ਦਾ ਨਾਮ ਹੈ। ਫਿਰ ਆਨੰਦ ਸਾਹਿਬ ਪੰਜਵੀਂ ਬਾਣੀ ਦਾ ਨਾਮ, ਰਹਿਰਾਜ ਸਾਹਿਬ ਕੀਰਤਨ ਸੋਹਲਾ ਹੈ, ਰੱਖਿਆ ਦੇ ਸ਼ਬਦ ਹੈ। ਇਹ ਬਾਣੀਆਂ ਦੇ ਨਾਮ ਹੈ ਤੇ ਇਸ ਪਵਿੱਤਰ ਬਾਣੀ ਦਾ ਨਾਮ ਜਪ ਸਾਹਿਬ ਹੈ। ਜਪ ਜੀ ਸਤਿਕਾਰ ਕਰਕੇ ਇਹ ਉਚਾਰਨ ਕੀਤਾ ਜਾਂਦਾ ਹੈ। ਜਪ ਕਹਿੰਦੇ ਹੈ ਸਿੱਖੋ ਜਪਣਾ ਕਰੋ। ਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅੱਗੇ ਹੁਣ ਉਚਾਰਦੇ ਹਨ। ਆਦਿ ਸੱਚ। ਇਹ ਸਾਧ ਸੰਗਤ ਜੀ, ਅੱਜ ਸਮਾਂ ਉੱਪਰ ਹੋ ਗਿਆ ਹੈ ਸੀਮਤ ਸਮੇਂ ਤੋਂ, ਤੇ ਕੱਲ ਦੇ ਦੀਵਾਨਾਂ ਵਿੱਚ ਨਾਲੇ ਵੀ ਸਾਧ ਸੰਗਤ ਜੀ ਬੇਨਤੀ ਕਰਾਂਗਾ ਕਿ ਇਥੋਂ ਤੱਕ ਜੋ ਮਹਾ ਮੰਤਰ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਪਰਮੇਸ਼ਰ ਤੋਂ ਮੰਤਰ ਲਿਆ ਸੀ ਸੱਚਖੰਡ ਦੇ ਵਿੱਚ, ਅਕਾਲ ਪੁਰਖ ਪਰਮਾਤਮਾ ਤੋਂ,
ਕਿਉਂਕਿ ਜਿਵੇਂ ਜਿਵੇਂ ਸਵਾਲ ਜਵਾਬ ਹੋਣੇ ਆ ਨਾ ਕਿ ਸਤਿਗੁਰੂ ਜੀ ਦਾ ਭਲਾ ਗੁਰੂ ਕੌਣ ਹੈ, ਕਿ ਜਗਤ ਦੀ ਤਾਂ ਮਰਜ਼ਾਦਾ ਹੀ ਹੈ, ਗੁਰੂ ਧਾਰਨ ਕਰਨਾ ਪੈਂਦਾ। ਉਨੀ ਦੇਰ ਤੱਕ ਕਿਸੇ ਨੂੰ ਉਪਦੇਸ਼ ਨਹੀਂ ਦਿੱਤਾ ਜਾ ਸਕਦਾ ਲੋਕਾਈ ਨੂੰ, ਜਿੰਨੀ ਦੇਰ ਤੱਕ ਗੁਰੂ ਨਾਲ ਧਾਰਨ ਕੀਤਾ ਜਾਵੇ। ਤੇ ਸਤਿਗੁਰੂ ਜੀ ਦਾ ਗੁਰੂ ਕੌਣ ਹੈ, ਇਹ ਕੱਲ ਦੇ ਦੀਵਾਨਾਂ ਵਿੱਚ ਅਸੀਂ ਵਿਚਾਰ ਕਰਾਂਗੇ। ਹੁਣ ਸੰਖੇਪ ਰੂਪ ਦੇ ਵਿੱਚ ਅਖਰੀ ਅਰਥ ਕਰਕੇ ਫਿਰ ਸਮਾਪਤੀ ਕਰ ਦਈਏ, ਸਮਾਂ ਕਾਫੀ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਆਦਿ ਸੱਚ, ਆਦ ਸ੍ਰਿਸ਼ਟੀ ਦੇ ਮੂਲ ਦੇ ਵਿੱਚ ਪਰਮੇਸ਼ਰ ਸੱਚਾ ਸੀ। ਆਦ ਜਦੋਂ ਸ੍ਰਿਸ਼ਟੀ ਨਹੀਂ ਸੀ ਨਾ, ਉਦੋਂ ਵੀ ਅਕਾਲ ਪੁਰਖ ਵਾਹਿਗੁਰੂ ਸੱਚਾ ਸੀ। ਜੁਗਾ ਦੇ ਸੱਚ, ਜੁਗਾਂ ਜੁਗਾਂ ਵਿੱਚ ਵੀ ਵਾਹਿਗੁਰੂ ਦਾ ਸਰੂਪ ਸੱਚਾ ਹੈ ਵੀ ਸੱਚ। ਹੁਣ ਵਰਤਮਾਨ ਸਮੇਂ ਅੰਦਰ ਵੀ ਵਾਹਿਗੁਰੂ ਦਾ ਸਰੂਪ ਸੱਚਾ ਹੈ। ਨਾਨਕ ਹੋਸੀ ਵੀ ਸੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਸੱਚਾ ਹੀ ਹੋਵੇਗਾ। ਜਿਵੇਂ ਸਤਿਯੁਗ ਵੀ ਸੱਚਾ ਸੀ, ਤ੍ਰੇਤੇ ਵਿੱਚ, ਦੁਆਪਰ ਵਿੱਚ, ਹੁਣ ਕਲਯੁਗ ਦੇ ਵਿੱਚ ਵੀ ਸਮਾਂ ਅਤੇ ਆਉਣ ਵਾਲੇ ਸਮੇਂ ਅੰਦਰ ਵੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸੱਚਾ ਹੋਵੇਗਾ। ਐਸਾ ਉਹ ਪਰਮਾਤਮਾ ਹੈ ਜੋ ਸਦੀਵੀ ਕਾਲ ਵਾਸਤੇ ਸੱਚਾ ਹੈ। ਇੱਥੋਂ ਤੱਕ ਸਤਿਗੁਰੂ ਜੀ ਨੇ ਮੂਲ ਮੰਤਰ ਉਚਾਰਨ ਕੀਤਾ ਹੈ। ਇਹਦੇ ਬਾਬਤ ਵੀ ਸਾਧ ਸੰਗਤ ਜੀ ਕੱਲ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਜਿਵੇਂ ਕਿਰਪਾ ਕਰਕੇ ਸਮਤ ਬਖਸ਼ਣਗੇ, ਸੋਝੀ ਬਖਸ਼ਿਸ਼ ਕਰਨਗੇ। ਸਾਧ ਸੰਗਤ ਜੀ ਮੂਲ ਮੰਤਰ ਦੇ ਪਰਥਾਏ ਵੀ ਵਿਚਾਰ ਕੀਤੀ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਕੇ ਸੋਝੀ ਬਖਸ਼ਣ। ਔਰ ਇਹ ਜਪਜੀ ਸਾਹਿਬ ਕਿੱਥੇ ਉਚਾਰਨ ਕੀਤਾ ਹੈ, ਗੁਰਮੁਖੀ ਸਾਧ ਸੰਗਤ ਜੀ ਇਹ ਭਾਸ਼ਾ ਕਿੱਥੋਂ ਚੱਲੀ ਹੈ, ਇਹ ਸਾਰੇ ਕੱਲ੍ਹ ਦੇ ਦੀਵਾਨਾਂ ਵਿੱਚ ਸਤਿਗੁਰੂ ਜੀ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ ਵਿਚਾਰ ਕਰਾਂਗੇ। ਅੱਜ ਇੱਥੋਂ ਤੱਕ ਸਾਧ ਸੰਗਤ ਜੀ ਇਤਨਾ ਕੁ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣਹਾਰ ਹੋ ਬਖਸ਼ ਲੈਣਾ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜਿਆ, ਜਿਉ ਹੋਵੈ ਸਾਹਿਬ ਸਿਓ ਮੇਲ। ਆਦਿ ਸੱਚ, ਜੁਗਾ ਦੇ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।